ਹੈਲੋ ਹਾਂਜੀ ਬੇਟਾ ਗੇਟਵੇ ਟੂ ਇੰਗਲਿਸ਼ ਚੈਨਲ 'ਤੇ ਮੈਂ ਰਾਜਿੰਦਰ ਕੁਮਾਰ ਤੁਹਾਡਾ ਸਵਾਗਤ ਕਰਦਾ ਹਾਂ। ਬੇਟਾ ਅੱਜ ਦਾ ਆਪਣਾ ਟੌਪਿਕ ਹੈਗਾ ਰਾਈਟਿੰਗ ਨੋਟਿਸ। ਰਾਈਟਿੰਗ ਸਕਿੱਲਸ ਦੇ ਅੰਡਰ ਆਉਂਦਾ ਇਹ ਰਾਈਟਿੰਗ ਨੋਟਿਸ। ਠੀਕ ਹੈ, ਇਸ ਬਾਰੇ ਕੁਐਸਚਨਸ ਇਸ ਵਾਰੀ ਜੋ ਹੈ MCQs ਆਉਣਗੇ, ਆਪਾਂ ਨੂੰ ਪਤਾ ਹੀ ਹੈ। ਠੀਕ ਹੈ ਨਾ, ਜਿਹੜੀ ਵੀ ਕਲਾਸ ਦੇ ਵਿੱਚ ਇਹ ਨੋਟਿਸ ਵਾਲਾ ਹੈਗਾ ਟੌਪਿਕ ਹੈ, ਸਾਰੀਆਂ ਕਲਾਸਿਸ ਲਈ ਇਹ ਵੀਡੀਓ ਹੈ। ਨੋਟਿਸ ਤੇ ਬੇਸ 'ਤੇ ਜਿੰਨੇ ਵੀ ਕੁਐਸਚਨਸ ਬਣਦੇ ਨੇ MCQs ਇਸ ਵੀਡੀਓ ਦੇ ਵਿੱਚ ਉਹ ਸਾਰੇ ਡਿਸਕਸ ਕੀਤੇ ਜਾਣਗੇ। ਇਸ ਦੇ ਨਾ ਦੋ ਸੈਕਸ਼ਨ ਆਪਾਂ ਬਣਾਏ ਹੋਏ ਨੇ ਵੀਡੀਓ ਦੇ। ਪਹਿਲੇ ਸੈਕਸ਼ਨ ਦੇ ਵਿੱਚ ਆਪਾਂ ਇਸ ਦਾ ਥੀਅਰੀ ਕਰਾਂਗੇ, ਮੈਂ ਤੁਹਾਨੂੰ ਦੱਸੂਗਾ ਵੀ ਕਿਹੜੇ ਕੁਐਸਚਨਸ ਬਣਦੇ ਨੇ। ਠੀਕ ਹੈ, ਉਸ ਤੋਂ ਤੁਰੰਤ ਬਾਅਦ ਆਪਾਂ ਫਿਰ MCQs ਕਰਾਂਗੇ। ਡਿਸਕਸ ਕੀਤੇ ਹੋਇਆ ਜੋ ਮੈਟਰ ਹੈ ਇੱਕ ਵਾਰੀ ਤੁਹਾਨੂੰ ਪਤਾ ਲੱਗ ਜਾਏਗਾ ਸਾਰਾ, ਉਸ ਦੇ ਵਿੱਚੋਂ ਹੀ MCQs ਹੋਣਗੇ। ਤੁਸੀਂ ਆਨਸਰ ਲਗਾਉਣਾ, ਆਪਣੇ ਆਪ ਤੁਹਾਡੀ ਪ੍ਰੈਕਟਿਸ ਵੀ ਇਸੇ ਵੀਡੀਓ ਦੇ ਵਿੱਚ ਹੋ ਜਾਏਗੀ। 101% ਮੈਂ ਸ਼ਿਓਰ ਹਾਂ ਕਿ ਜੇਕਰ ਤੁਸੀਂ ਇਹ ਪੂਰੀ ਵੀਡੀਓ ਦੇਖਦੇ ਹੋ ਤਾਂ ਨੋਟਿਸ ਵਾਲੇ ਇਸ ਟੌਪਿਕ ਵਿੱਚੋਂ ਤੁਹਾਡਾ ਕੋਈ ਵੀ ਕੁਐਸਚਨ ਨਹੀਂ ਰਹੇਗਾ, ਤੁਸੀਂ ਵਧੀਆ ਸਕੋਰ ਕਰ ਪਾਓਗੇ। ਠੀਕ ਹੈ ਬੇਟਾ, ਆਓ ਸ਼ੁਰੂ ਕਰਦੇ ਹਾਂ ਆਪਾਂ। ਸਭ ਤੋਂ ਪਹਿਲਾਂ ਦੇਖੋ, ਨੋਟਿਸਿਸ ਆਰ ਮੈਂਟ ਟੂ ਪ੍ਰੋਵਾਈਡ ਇੰਟੀਗ੍ਰੇਟਿਡ ਐਂਡ ਯੂਜ਼ਫੁਲ ਇਨਫੋਰਮੇਸ਼ਨ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਿਹੜੇ ਨੋਟਿਸ ਹੁੰਦੇ ਨੇ ਬੇਟਾ, ਇਹ ਯੂਜ਼ਫੁਲ ਇਨਫੋਰਮੇਸ਼ਨ ਦਿੰਦੇ ਨੇ ਆਪਾਂ ਨੂੰ। ਇੰਟੀਗ੍ਰੇਟਿਡ ਮਤਲਬ ਇੱਕੋ ਥਾਂ ਤੇ ਬਹੁਤ ਹੀ ਉਪਯੋਗੀ ਇਨਫੋਰਮੇਸ਼ਨ ਦਿੰਦੇ ਨੇ। ਅਬਾਊਟ ਈਵੈਂਟਸ ਦੈਟ ਹੈਵ ਹੈਪਨਡ ਔਰ ਅਬਾਊਟ ਟੂ ਹੈਪਨ। ਠੀਕ ਹੈ, ਘਟਨਾਵਾਂ ਜਿਹੜੀਆਂ ਹੋ ਚੁੱਕੀਆਂ ਨੇ ਜਾਂ ਅਬਾਊਟ ਟੂ ਹੈਪਨ ਮਤਲਬ ਹੋਣ ਵਾਲੀਆਂ ਨੇ ਉਹਨਾਂ ਬਾਰੇ। ਐਂਡ ਸਪੈਸੀਫਿਕ ਪ੍ਰੋਗਰਾਮਸ, ਕੋਈ ਪ੍ਰੋਗਰਾਮ ਹੋਣਾ ਹੈ ਉਸ ਬਾਰੇ ਵੀ ਆਪਾਂ ਨੂੰ ਇਨਫੋਰਮੇਸ਼ਨ ਦਿੰਦਾ ਇਹ। ਠੀਕ ਹੈ, ਕੋਈ ਵੀ ਪਬਲਿਕ ਸਟੂਡੈਂਟਸ ਔਰ ਗਰੁੱਪ ਆਫ ਪਰਸਨਸ। ਠੀਕ ਹੈ, ਕੋਈ ਵੀ ਪ੍ਰੋਗਰਾਮ ਹੋ ਸਕਦਾ ਹੈ, ਪਬਲਿਕ ਦਾ ਹੈ, ਵਿਦਿਆਰਥੀਆਂ ਦਾ ਹੈ, ਗਰੁੱਪ ਆਫ ਪਰਸਨਸ ਦਾ ਕੋਈ ਪ੍ਰੋਗਰਾਮ ਹੈ, ਇਕੱਠ ਦਾ। ਠੀਕ ਹੈ, ਪ੍ਰੋਗਰਾਮ ਹੋ ਸਕਦਾ ਹੈ। ਹਰੇਕ ਬਾਰੇ ਜੋ ਹੈ ਇਹ ਬੇਸਿਕਲੀ ਨੋਟਿਸ ਕੀ ਕਰਦਾ, ਆਪਾਂ ਨੂੰ ਇਨਫੋਰਮੇਸ਼ਨ ਦਿੰਦਾ। ਯਾਦ ਰੱਖਿਓ ਕੀ ਦਿੰਦਾ ਆਪਾਂ ਨੂੰ, ਇਨਫੋਰਮੇਸ਼ਨ। ਠੀਕ ਹੈ, ਦ ਐਜੂਕੇਸ਼ਨਲ ਇੰਸਟੀਟਿਊਸ਼ਨਸ। ਠੀਕ ਹੈ, ਸਕੂਲਸ, ਕਾਲਜਿਸ, ਯੂਨੀਵਰਸਿਟੀਜ਼, ਆਫਿਸ, ਰੈਜ਼ੀਡੈਂਸ਼ੀਅਲ ਕਲੋਨੀਜ਼ ਐਂਡ other establishments have special and prominent places for fixing the notice boards from where one can read them। ਠੀਕ ਹੈ, ਇਸ ਦਾ ਮਤਲਬ ਇਹ ਹੈ ਕਿ ਕਿਸੇ ਵੀ ਸਕੂਲ ਦੇ ਵਿੱਚ, ਕਾਲਜ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ, ਕਿਸੇ ਆਫਿਸ ਦੇ ਵਿੱਚ ਕੋਈ ਰੈਜ਼ੀਡੈਂਸ਼ੀਅਲ ਕਲੋਨੀ ਹੈ ਜਾਂ ਹੋਰ ਵੀ ਕੋਈ ਥਾਂ ਜਿੱਥੇ ਮਤਲਬ ਬਸਤੀਆਂ ਨੇ, ਲੋਕ ਰਹਿੰਦੇ ਨੇ, ਉੱਥੇ ਇੱਕ ਖਾਸ ਥਾਂ 'ਤੇ ਜੋ ਨੋਟਿਸ ਬੋਰਡ ਲਗਾ ਦਿੱਤੇ ਜਾਂਦੇ ਨੇ ਅਤੇ ਉਸ ਨੋਟਿਸ ਬੋਰਡ 'ਤੇ ਹੀ ਨੋਟਿਸ ਨੂੰ ਲਗਾਇਆ ਜਾਂਦਾ ਹੈ। ਇੱਕ ਪੀਸ ਆਫ ਪੇਪਰ ਹੈ, ਨੋਟਿਸ ਕੀ ਹੈ, ਇੱਕ ਪੀਸ ਆਫ ਪੇਪਰ ਹੈ, ਕਾਗਜ਼ ਦਾ ਇੱਕ ਟੁਕੜਾ ਹੈ ਜੋ ਆਪਾਂ ਨੂੰ ਇਨਫੋਰਮੇਸ਼ਨ ਦਿੰਦਾ ਹੈ ਕਿਸੇ ਵੀ ਹੋ ਚੁੱਕੀ ਈਵੈਂਟ ਬਾਰੇ ਜਾਂ ਹੋਣ ਵਾਲੀ ਈਵੈਂਟ ਬਾਰੇ। ਕਲੀਅਰ? ਚਲੋ ਅੱਗੇ ਦੇਖੋ, ਹੁਣ ਤੁਸੀਂ ਧਿਆਨ ਰੱਖਣਾ ਬੇਟਾ, ਨੋਟਿਸ ਪ੍ਰੋਵਾਈਡਸ ਦ ਇਨਫੋਰਮੇਸ਼ਨ ਅਬਾਊਟ, ਕਿਸ ਚੀਜ਼ ਬਾਰੇ ਇਨਫੋਰਮੇਸ਼ਨ ਦਿੰਦਾ ਨੋਟਿਸ। ਦੇਖੋ, ਥਿੰਗਸ ਲੋਸਟ ਔਰ ਫਾਊਂਡ। ਪਹਿਲੀ ਗੱਲ ਇਹ ਹੈ ਕਿ ਜੋ ਚੀਜ਼ਾਂ ਗਵਾਚ ਗਈਆਂ ਜਾਂ ਲੱਭ ਗਈ ਆਪਾਂ ਨੂੰ ਕੋਈ ਚੀਜ਼, ਉਹਨਾਂ ਬਾਰੇ ਇਨਫੋਰਮੇਸ਼ਨ ਦਿੰਦਾ ਹੈ ਨੋਟਿਸ ਆਪਾਂ ਨੂੰ। ਠੀਕ ਹੈ, ਉਸ ਤੋਂ ਬਾਅਦ ਦੇਖੋ, ਈਵੈਂਟਸ ਹੈਪਨਡ ਔਰ ਅਬਾਊਟ ਟੂ ਹੈਪਨ, ਜੋ ਘਟਨਾਵਾਂ ਹੋ ਚੁੱਕੀਆਂ ਨੇ ਜਾਂ ਹੋਣ ਵਾਲੀਆਂ ਨੇ ਉਹਨਾਂ ਬਾਰੇ ਇਨਫੋਰਮੇਸ਼ਨ ਦਿੰਦਾ ਹੈ ਨੋਟਿਸ ਆਪਾਂ ਨੂੰ। ਠੀਕ ਹੈ, ਅਰੇਂਜਿੰਗ ਔਰ ਪੋਸਟਪੋਨਿੰਗ ਆਫ ਮੀਟਿੰਗਸ, ਫੰਕਸ਼ਨਸ। ਠੀਕ ਹੈ, ਕੈਂਪਸ ਐਂਡ ਫੇਅਰਸ। ਇਹ ਹੈ ਦੇਖੋ, ਕੋਈ ਵੀ ਆਪਾਂ ਨੇ ਮੀਟਿੰਗ ਅਰੇਂਜ ਕਰਨੀ ਹੈ, ਕੋਈ ਫੰਕਸ਼ਨ ਅਰੇਂਜ ਕਰਨਾ ਹੈ, ਕੋਈ ਟੂਰ ਅਰੇਂਜ ਕਰਨਾ ਹੈ ਜਾਂ ਐਗਜੀਬਿਸ਼ਨ ਲਗਾਉਣੀ ਹੈ, ਪ੍ਰਦਰਸ਼ਨੀ ਅਰੇਂਜ ਕਰਨੀ ਹੈ। ਠੀਕ ਹੈ, ਕੋਈ ਕੈਂਪ ਲਗਾਉਣਾ ਹੈ ਜਾਂ ਕੋਈ ਮੇਲੇ ਲਗਾਉਣੇ ਨੇ। ਠੀਕ ਹੈ, ਜਾਂ ਉਹਨਾਂ ਦੀ ਜਿਹੜੀ ਡੇਟ ਹੈ ਉਹ ਪੋਸਟਪੋਨ ਕਰਨੀ ਹੈ, ਮੁਲਤਵੀ ਕਰਨੀ ਹੈ। ਇਹਨਾਂ ਦੇ ਸੰਬੰਧ ਵਿੱਚ ਆਪਾਂ ਨੂੰ ਇਨਫੋਰਮੇਸ਼ਨ ਕਿੱਥੋਂ ਮਿਲਦੀ ਹੈ, ਨੋਟਿਸ ਤੋਂ ਮਿਲਦੀ ਹੈ। ਯਾਦ ਰੱਖਿਓ, ਇਹਨਾਂ ਵਿੱਚੋਂ ਹੀ ਕੁਐਸਚਨ ਬਣਨਗੇ। ਠੀਕ ਹੈ, ਉਸ ਤੋਂ ਬਾਅਦ ਫੋਰਥ ਪੁਆਇੰਟ ਦੇਖੋ, ਚੇਂਜ ਆਫ ਨੇਮ ਔਰ ਐਡਰੈਸ। ਕਿਸੇ ਦਾ ਨੇਮ ਚੇਂਜ ਹੋਇਆ ਜਾਂ ਐਡਰੈਸ ਚੇਂਜ ਹੋਇਆ, ਇਹ ਵੀ ਆਪਾਂ ਨੂੰ ਨੋਟਿਸ ਤੋਂ ਹੀ ਪਤਾ ਲੱਗਦਾ ਹੈ। ਅਗਲਾ ਬੰਦਾ ਨਾ ਨੋਟਿਸ ਲਗਾ ਦਿੰਦਾ ਹੈ। ਠੀਕ ਹੈ, ਉਹ ਨੋਟਿਸ ਤੋਂ ਆਪਾਂ ਨੂੰ ਪਤਾ ਚੱਲ ਜਾਂਦਾ ਕਿ ਉਸ ਪਾਰਟੀਕੂਲਰ ਬੰਦੇ ਨੇ ਜੋ ਆਪਣਾ ਨਾਮ ਚੇਂਜ ਕੀਤਾ ਜਾਂ ਐਡਰੈਸ ਚੇਂਜ ਕੀਤਾ ਹੈ। ਠੀਕ ਹੈ, ਉਸ ਤੋਂ ਬਾਅਦ ਦੇਖੋ, ਅਨਾਊਂਸਿੰਗ ਅ ਨਿਊ ਡਿਵੈਲਪਮੈਂਟ ਔਰ ਰੂਲ। ਕੋਈ ਨਵੀਂ ਜੋ ਹੈ ਗੱਲਬਾਤ ਆ ਗਈ, ਨਵਾਂ ਕਾਨੂੰਨ ਆ ਗਿਆ ਕੋਈ। ਠੀਕ ਹੈ, ਉਸ ਦੀ ਅਨਾਊਂਸਮੈਂਟ ਕਰਨ ਲਈ ਵੀ ਨੋਟਿਸ ਲਗਾਇਆ ਜਾਂਦਾ ਹੈ। ਇਹ ਸਾਰੀ ਇਨਫੋਰਮੇਸ਼ਨ ਆਪਾਂ ਨੂੰ ਨੋਟਿਸ ਤੋਂ ਮਿਲਦੀ ਹੈ। ਹੁਣ ਤਾਂ ਜਿਹੜੇ ਪੁਆਇੰਟਸ ਦਿਮਾਗ 'ਚ ਰੱਖਣ ਵਾਲੇ ਨੇ, ਐਗਜ਼ਾਮੀਨੇਸ਼ਨਸ ਦੇ ਵਿੱਚ ਆਪਣੇ ਪ੍ਰੀਖਿਆ 'ਚ ਆ ਸਕਦੇ ਨੇ, ਇਹਨਾਂ ਗੱਲਾਂ ਨੂੰ ਦਿਮਾਗ 'ਚ ਰੱਖਣਾ ਆਪਾਂ ਨੇ ਜਦੋਂ ਵੀ ਨੋਟਿਸ ਲਿਖਦੇ ਹਾਂ ਆਪਾਂ। ਸੋ ਪਹਿਲਾ ਪੁਆਇੰਟ ਹੈ ਬੇਟਾ, ਦੇਖੋ ਤੁਸੀਂ, ਪਹਿਲਾ ਪੁਆਇੰਟ ਕੀ ਹੈ, ਦ ਇੰਟਾਇਰ ਕੰਟੈਂਟ ਆਫ ਦ ਨੋਟਿਸ ਸ਼ੁੱਡ ਬੀ ਪਲੇਸਡ ਵਿਦ ਇਨ ਅ ਬਾਕਸ। ਇਹ ਧਿਆਨ ਰੱਖਿਓ, ਇੱਕ ਜੋ ਹੈ ਬਾਕਸ ਦੇ ਵਿੱਚ ਆਪਾਂ ਨੇ ਨੋਟਿਸ ਲਿਖਣਾ ਹੁੰਦਾ ਹੈ। ਠੀਕ ਹੈ, ਬਾਕਸ ਮਤਲਬ ਜਿਵੇਂ ਆਹ ਬਾਕਸ ਬਣਿਆ ਹੋਇਆ ਦੇਖੋ। ਠੀਕ ਹੈ, ਇਸ ਤਰ੍ਹਾਂ ਬਾਕਸ ਦੇ ਵਿੱਚ ਹੋਰ ਐਗਜ਼ਾਮਪਲ ਮੈਂ ਤੁਹਾਨੂੰ ਦਿਖਾ ਦਿੰਦਾ। ਦੇਖੋ, ਇਹ ਆਹ ਦੇਖੋ, ਜਿਵੇਂ ਆਹ ਬਾਕਸ ਲੱਗਿਆ ਹੋਇਆ ਨਾ, ਚਾਰ ਦੇਖੋ ਸਾਈਡ 'ਤੇ ਲਾਈਨ ਲੱਗੀ ਹੋਈ ਹੈ। ਇਸ ਤਰ੍ਹਾਂ ਬਾਕਸ ਬਣਾ ਕੇ ਬਾਕਸ ਦੇ ਵਿੱਚ ਬੇਟਾ ਆਪਾਂ ਨੇ ਜੋ ਹੈ ਨੋਟਿਸ ਲਿਖਣਾ ਹੁੰਦਾ। ਇੱਕ ਕੁਐਸਚਨ MCQ ਬਣੇਗਾ ਇਹ। ਠੀਕ ਹੈ, ਕਿ ਜਿਹੜਾ ਨੋਟਿਸ ਹੈ ਕਿ ਉਹ ਬਾਕਸ ਦੇ ਵਿੱਚ ਲਿਖਿਆ ਜਾਣਾ ਚਾਹੀਦਾ ਹੈ, ਬਿਲਕੁਲ ਲਿਖਿਆ ਜਾਣਾ ਚਾਹੀਦਾ ਹੈ, ਯਾਦ ਰੱਖਿਓ। ਠੀਕ ਹੈ, ਅਗਲਾ ਪੁਆਇੰਟ ਦੇਖੋ, ਦੂਸਰਾ ਪੁਆਇੰਟ ਦੇਖੋ, ਇਟ ਸ਼ੁੱਡ ਬੀ ਬਰੀਫ ਐਂਡ ਸ਼ਾਰਟ। ਇਹ ਧਿਆਨ ਰੱਖਿਓ, ਨੋਟਿਸ ਹਮੇਸ਼ਾ ਜੋ ਬਰੀਫ ਅਤੇ ਸ਼ਾਰਟ ਹੋਣਾ ਚਾਹੀਦਾ ਹੈ। ਅਤੇ ਅਗਲੀ ਗੱਲ ਇਹ ਹੈ ਵੀ 50 ਵਰਡਸ ਤੋਂ ਵੱਧ ਨਾ ਹੋਵੇ। ਠੀਕ ਹੈ,
ਨੋਟਿਸ ਦੇ ਵਿੱਚ 50 ਸ਼ਬਦਾਂ ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ। ਇਹ ਗੱਲ ਯਾਦ ਰੱਖਣੀ ਆਪਾਂ ਦਿਮਾਗ 'ਚ। ਦ ਪਰਪਜ਼ ਆਫ ਦਾ ਨੋਟਿਸ ਸ਼ੁੱਡ ਬੀ ਵੈਰੀ ਕਲੀਅਰ। ਜੋ ਉਦੇਸ਼ ਹੈ, ਜਿਸ ਚੀਜ਼ ਬਾਰੇ ਆਪਾਂ ਲਿਖ ਰਹੇ ਹਾਂ ਨੋਟਿਸ, ਉਹ ਨਾ ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ ਨੋਟਿਸ ਦੇ ਵਿੱਚ, ਠੀਕ ਹੈ। ਦ ਫਿਊਚਰ ਟੈਂਸ ਸ਼ੁੱਡ ਬੀ ਪ੍ਰੀਡੋਮੀਨੈਂਟ ਓਵਰ ਦੀ ਅਦਰ ਟੈਂਸਿਸ। ਇਹ ਗੱਲ ਧਿਆਨ ਰੱਖੋ ਬੇਟਾ, ਫਿਊਚਰ ਟੈਂਸ ਤੇ ਇੱਕ ਹੋਰ ਵੀ ਮੈਂ ਐਡ ਕਰ ਦੇਣਾ ਇੱਥੇ ਗੱਲ, ਪ੍ਰੈਜੈਂਟ ਟੈਂਸ। ਇਹ ਦੋ ਹੀ ਪ੍ਰੀਡੋਮੀਨੈਂਟ ਟੈਂਸਿਸ ਹੁੰਦੇ ਨੇ ਨੋਟਿਸ ਦੇ ਵਿੱਚ। ਪਾਸਟ ਟੈਂਸ ਦੀ ਬਹੁਤ ਘੱਟ ਵਰਤੋਂ ਹੋਊਗੀ, ਹੁੰਦੀ ਨਹੀਂ ਹੈਗੀ, ਠੀਕ ਹੈ। ਜ਼ਿਆਦਾਤਰ ਵਰਤੋਂ ਫਿਊਚਰ ਟੈਂਸ ਦੀ ਹੋਊਗੀ ਜਾਂ ਪ੍ਰੈਜੈਂਟ ਟੈਂਸ ਦੀ ਹੋਊਗੀ। ਇਹ ਵੀ ਜੋ MCQ ਬਣ ਸਕਦਾ ਹੈ ਤੁਹਾਡੇ ਪੇਪਰ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਅਗਲਾ ਦੇਖੋ, ਦੀ ਲੈਂਗੁਏਜ ਆਫ ਦਾ ਨੋਟਿਸ ਸ਼ੁੱਡ ਬੀ ਕੰਪਲੀਟਲੀ ਇੰਪਰਸਨਲ। ਲੈਂਗੁਏਜ ਜਿਹੜੀ ਹੈ, ਭਾਸ਼ਾ ਹੈ ਨੋਟਿਸ ਦੀ, ਉਹ ਇੰਪਰਸਨਲ ਹੋਣੀ ਚਾਹੀਦੀ ਹੈ ਬਿਲਕੁਲ। ਇੰਪਰਸਨਲ ਦਾ ਮਤਲਬ ਹੈ ਬੇਟਾ ਆਪਾਂ ਨੇ ਉੱਥੇ ਆਈ, ਵੀ, ਯੂ ਇਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਨਹੀਂ ਕਰਨਾ। ਫਸਟ ਪਰਸਨ ਤੇ ਸੈਕਿੰਡ ਪਰਸਨ ਦਾ ਯੂਜ਼ ਨਹੀਂ ਕਰਨਾ। ਇਹ ਹਮੇਸ਼ਾ ਥਰਡ ਪਰਸਨ ਫੋਰਮ ਦੇ ਵਿੱਚ ਲਿਖਿਆ ਜਾਂਦਾ ਹੈ ਨੋਟਿਸ। ਇਹ ਯਾਦ ਰੱਖੋ, ਇਹ ਇੰਪਰਸਨਲ ਦਾ ਇਹੀ ਮਤਲਬ ਹੈ, ਠੀਕ ਹੈ। ਸੋ ਅੱਗੇ ਦੇਖੋ, ਪਹਿਲਾਂ ਪੁਆਇੰਟਸ ਆਪਾਂ ਡਿਸਕਸ ਕਰਾਂਗੇ ਸਾਰੇ। ਦ ਨੇਮ ਆਫ ਦੀ ਆਰਗੇਨਾਈਜੇਸ਼ਨ ਔਰ ਇਸ਼ੂਇੰਗ ਦ ਨੋਟਿਸ ਸ਼ੁੱਡ ਬੀ ਇਨ ਕੈਪੀਟਲ ਲੈਟਰਸ। ਜੋ ਵੀ ਆਪਾਂ ਨਾਮ ਲਿਖਦੇ ਹਾਂ ਜਿਸ ਨੇ ਨੋਟਿਸ ਦੇਣਾ ਹੈ, ਇਸ਼ੂਇੰਗ ਅਥਾਰਟੀ ਹੈ, ਠੀਕ ਹੈ, ਜੋ ਸੰਸਥਾ ਹੈ ਜਾਂ ਸਕੂਲ ਹੈ, ਇੰਸਟੀਟਿਊਸ਼ਨ ਹੈ ਕੋਈ ਵੀ, ਜਿਸ ਨੇ ਨੋਟਿਸ ਦਿੱਤਾ ਹੈ, ਇਸ਼ੂ ਕੀਤਾ ਹੈ, ਨੋਟਿਸ ਜਾਰੀ ਕੀਤਾ ਹੈ, ਉਸ ਦਾ ਨਾਮ ਹਮੇਸ਼ਾ ਬੇਟਾ ਕੈਪੀਟਲ ਲੈਟਰਸ ਦੇ ਵਿੱਚ ਲਿਖਣਾ ਆਪਾਂ ਨੇ, ਠੀਕ ਹੈ। ਯਾਦ ਰੱਖਿਓ ਕਿਹੜੇ ਲੈਟਰਸ ਦੇ ਵਿੱਚ ਲਿਖਣਾ ਹੈ, ਕੈਪੀਟਲ ਲੈਟਰਸ ਦੇ ਵਿੱਚ। ਇੱਕ ਟਰਮ ਹੁੰਦੀ ਹੈ ਬੋਲਡ ਲੈਟਰਸ। ਬੋਲਡ ਤੇ ਕੈਪੀਟਲ ਲੈਟਰ ਵਿੱਚ ਡਿਫਰੈਂਸ ਹੁੰਦਾ ਹੈ, ਧਿਆਨ ਰੱਖਿਓ। ਬੋਲਡ ਦਾ ਮਤਲਬ ਵੈਸੇ ਸਾਈਜ਼ ਦੇ ਵਿੱਚ ਵੱਡਾ ਕਰਕੇ ਲਿਖ ਦੇਣਾ, ਉਸਨੂੰ ਆਪਾਂ ਬੋਲਡ ਕਹਿ ਦਿੰਦੇ ਹਾਂ, ਕੈਪੀਟਲ ਨਹੀਂ ਕਹਿੰਦੇ। ਕੈਪੀਟਲ ਦਾ ਮਤਲਬ ਜਿਵੇਂ ਆਪਾਂ ਕਹਿੰਦੇ ਹਾਂ ਪੰਜਾਬੀ 'ਚ ਬਿਲਕੁਲ ਛੋਟੇ ਬੱਚਿਆਂ ਨੂੰ ਸਿਖਾਉਂਦੇ ਆ ਵੀ ਵੱਡੀ ABC, ਠੀਕ ਹੈ। ਕੈਪੀਟਲ ਲੈਟਰ ਦਾ ਮਤਲਬ ਇਹ ਹੁੰਦਾ, ਠੀਕ ਹੈ। ਜਿਵੇਂ ਆਹ ਦੇਖੋ ਲਿਖਿਆ ਹੋਇਆ, ਇਹ ਕੈਪੀਟਲ ਲੈਟਰ ਹੈ ਬੇਟਾ, ਲਿਖੇ ਹੋਏ ਇਹ ਸਾਰੇ ਕੈਪੀਟਲ ਲੈਟਰਸ ਨੇ, ਠੀਕ ਹੈ। ਇਸ ਤਰ੍ਹਾਂ ਲਿਖਣਾ ਆਪਾਂ ਨੇ, ਇਹ ਨਾਮ ਇੱਥੇ ਹੀ ਲਿਖਿਆ ਜਾਣਾ ਹੈ। ਇਸ਼ੂਇੰਗ ਅਥਾਰਟੀ ਜੋ ਵੀ ਆਰਗੇਨਾਈਜੇਸ਼ਨ ਹੈ, ਇੰਸਟੀਟਿਊਸ਼ਨ ਹੈ, ਉਸਦਾ ਨਾਮ ਸਭ ਤੋਂ ਪਹਿਲਾਂ ਇੱਥੇ ਲਿਖਣਾ ਹੈ, ਠੀਕ ਹੈ। ਬਾਕਸ ਦੇ ਵਿੱਚ ਲਿਖਣਾ ਹੈ, ਧਿਆਨ ਰੱਖਣਾ, ਪਹਿਲਾਂ ਬਾਕਸ ਲੱਗੇਗਾ, ਬਾਕਸ ਲਗਾਉਣਾ ਜ਼ਰੂਰੀ ਹੈ। ਅਤੇ ਸਭ ਤੋਂ ਉੱਪਰ ਕੀ ਲਿਖਿਆ ਜਾਂਦਾ ਹੈ, ਜੋ ਵੀ ਸੰਸਥਾ ਹੈ ਉਸਦਾ ਨਾਮ ਲਿਖਿਆ ਜਾਂਦਾ ਹੈ ਅਤੇ ਕੈਪੀਟਲ ਲੈਟਰਸ ਦੇ ਵਿੱਚ ਲਿਖਿਆ ਜਾਂਦਾ ਹੈ। ਕੈਪੀਟਲ ਲਈ ਇੱਕ ਹੋਰ ਟਰਮ ਹੈਗੀ ਹੈ ਬਲੌਕ ਲੈਟਰਸ, ਠੀਕ ਹੈ। ਬਲੌਕ ਲੈਟਰਸ ਵੀ ਤੁਹਾਨੂੰ ਬੋਲਿਆ ਜਾ ਸਕਦਾ ਹੈ ਜਾਂ ਕੈਪੀਟਲ ਲੈਟਰ ਬੋਲਿਆ ਜਾ ਸਕਦਾ ਹੈ, ਦੋਨੋਂ ਆਨਸਰ ਜੋ ਹੈ ਠੀਕ ਹੋਣਗੇ ਫਿਰ, ਠੀਕ ਹੈ। ਉਸ ਤੋਂ ਅੱਗੇ ਦੇਖੋ ਪੁਆਇੰਟ ਨੰਬਰ 7, ਡੇਟ ਸ਼ੁੱਡ ਬੀ ਮੈਂਸ਼ਨਡ। ਡੇਟ ਜ਼ਰੂਰ ਲਿਖਣੀ ਹੈ ਨੋਟਿਸ ਦੇ ਵਿੱਚ। ਕਿੱਥੇ ਲਿਖੀ ਜਾਣੀ ਹੈ ਡੇਟ, ਇਹ ਧਿਆਨ ਰੱਖੋ। ਡੇਟ ਜੋ ਹੈ ਇੱਥੇ ਲਿਖਣੀ ਹੈ ਆਪਾਂ ਨੇ, ਜਿੱਥੇ ਵਰਡ ਲਿਖਿਆ ਉਰੇ ਡੇਟ ਲਿਖਣੀ ਹੈ। ਇਹ ਕੀ ਹੈ, ਲੈਫਟ ਸਾਈਜ਼ ਹੈ, ਲੈਫਟ ਸਾਈਜ਼ ਹੈ, ਠੀਕ ਹੈ। ਸਭ ਤੋਂ ਪਹਿਲਾਂ ਉੱਪਰ ਕੀ ਹੈ, ਆਰਗੇਨਾਈਜੇਸ਼ਨ ਦਾ ਨਾਮ ਲਿਖਣਾ ਹੁੰਦਾ ਹੈ। ਉਸ ਤੋਂ ਹੇਠਾਂ ਲਿਖਣਾ ਹੁੰਦਾ ਨੋਟਿਸ, ਸ਼ਬਦ ਲਿਖਣਾ, ਨੋਟਿਸ ਵੀ ਕੈਪੀਟਲ 'ਚ ਲਿਖਣਾ, ਬਲੌਕ ਲੈਟਰਸ ਦੇ ਵਿੱਚ ਲਿਖਣਾ ਹੈ, ਠੀਕ ਹੈ। ਉਸ ਤੋਂ ਹੇਠਾਂ ਫਿਰ ਜੋ ਹੈ ਇੱਧਰਲੀ ਸਾਈਡ, ਇਹ ਸੈਂਟਰ 'ਚ ਹੈ, ਇਹ ਇੱਧਰਲੀ ਸਾਈਡ ਯਾਨੀ ਕਿ ਲੈਫਟ ਹੈਂਡ ਸਾਈਡ 'ਤੇ ਆਪਾਂ ਨੇ ਡੇਟ ਲਿਖਣੀ ਹੁੰਦੀ ਹੈ, ਠੀਕ ਹੈ। ਉਸ ਤੋਂ ਬਾਅਦ ਦੇਖੋ ਅੱਗੇ ਕੀ ਹੈ, ਇਹ ਕੈਪੀਟਲ ਮਤਲਬ ਲਿਖਣੀ ਆਪਾਂ ਨੇ ਡੇਟ, ਠੀਕ ਹੈ। ਅਤੇ ਉਸ ਤੋਂ ਬਾਅਦ ਦੇਖੋ ਕੈਪੀਟਲ ਲੈਟਰਸ ਕੈਨ ਬੀ ਯੂਜ਼ਡ ਇਨ ਕੰਟੈਂਟਸ ਨੋਟਿਸ ਟੂ ਹਾਈਲਾਈਟ ਇੰਪੋਰਟੈਂਟ ਥਿੰਗਸ। ਜਦੋਂ ਆਪਾਂ ਇੱਥੇ ਕੰਟੈਂਟ ਲਿਖ ਰਹੇ ਹਾਂ, ਇਹ ਇੱਥੇ ਕੰਟੈਂਟ ਹੁੰਦਾ ਬੇਟਾ। ਜਦੋਂ ਆਪਾਂ ਕੰਟੈਂਟ ਲਿਖਾਂਗੇ ਤਾਂ ਇਸ ਦੇ ਵਿੱਚ ਕੋਈ ਜੇਕਰ ਚੀਜ਼ ਹਾਈਲਾਈਟ ਹੋਣ ਵਾਲੀ ਹੈ ਉਸਨੂੰ ਆਪਾਂ ਹਾਈਲਾਈਟ ਜ਼ਰੂਰ ਕਰਾਂਗੇ। ਵੱਡੀ ਵੀ ਲਿਖ ਸਕਦੇ ਹਾਂ ਉਸਨੂੰ ਆਪਾਂ, ਕੈਪੀਟਲ ਲੈਟਰ ਵੀ ਉਸਨੂੰ ਲਿਖਿਆ ਜਾ ਸਕਦਾ ਹੈ, ਗੱਲ ਦਿਮਾਗ 'ਚ ਰੱਖਿਓ। ਜੇ ਕੋਈ ਚੀਜ਼ ਹਾਈਲਾਈਟ ਕਰਨੀ ਹੈ ਨਾ ਕੰਟੈਂਟ ਦੇ ਵਿੱਚ ਤਾਂ ਉਸਨੂੰ ਆਪਾਂ ਕੈਪੀਟਲ ਲੈਟਰ ਵਿੱਚ ਲਿਖ ਸਕਦੇ ਹਾਂ। ਹੁਣ ਇਸਨੂੰ ਚੰਗੀ ਤਰ੍ਹਾਂ ਇੱਕ ਵਾਰੀ ਸਮਝ ਲਓ। ਦੇਖੋ ਸਭ ਤੋਂ ਪਹਿਲਾਂ ਉੱਪਰ ਕੀ ਲੱਗਣਾ ਹੈ, ਆਰਗੇਨਾਈਜੇਸ਼ਨ ਦਾ ਜਾਂ ਇੰਸਟੀਟਿਊਸ਼ਨ ਦਾ ਨਾਮ ਲਿਖਣਾ ਹੈ। ਲਿਖਣਾ ਕਿਹੜੇ ਲੈਟਰਸ ਦੇ ਵਿੱਚ, ਕੈਪੀਟਲ ਲੈਟਰਸ ਦੇ ਵਿੱਚ ਜਾਂ ਆਪਾਂ ਕਹਿ ਲਈਏ ਬਲੌਕ ਲੈਟਰਸ ਦੇ ਵਿੱਚ, ਓਕੇ। ਉਸ ਤੋਂ ਹੇਠਾਂ ਜੋ ਹੈ ਇੱਥੇ ਲਿਖਣਾ ਨੋਟਿਸ ਸ਼ਬਦ ਲਿਖਣਾ, ਸੈਂਟਰ 'ਚ ਲਿਖਿਆ ਜਾਂਦਾ ਇਹ, ਅਤੇ ਇਹ ਵੀ ਮਤਲਬ ਬਲੌਕ ਲੈਟਰਸ ਜਾਂ ਕੈਪੀਟਲ ਲੈਟਰਸ ਆਪਾਂ ਕਹਿ ਲਈਏ ਉਸ ਦੇ ਵਿੱਚ ਲਿਖਣਾ ਹੈ। ਉਸ ਤੋਂ ਬਾਅਦ ਇਸ ਹੈਂਡ 'ਤੇ ਆਪਾਂ ਲਿਖਣੀ ਹੈ ਡੇਟ, ਠੀਕ ਹੈ ਬੇਟਾ। ਡੇਟ ਤੋਂ ਬਾਅਦ ਕੀ ਆਏਗੀ, ਸੀਕੁਐਂਸ ਯਾਦ ਰੱਖੋ, ਇਸ 'ਤੇ ਹੀ ਕੁਐਸਚਨਸ ਬਣਨਗੇ। ਡੇਟ ਤੋਂ ਹੇਠਾਂ ਜੋ ਹੈ ਕੀ ਬਣੇਗਾ, ਹੈਡਿੰਗ ਜੋ ਹੈ ਜਿਸ ਚੀਜ਼ ਬਾਰੇ ਆਪਾਂ ਨੇ ਨੋਟਿਸ ਲਿਖਣਾ ਹੈ ਉਸਦਾ ਹੈਡਿੰਗ ਆਉਣਾ ਉਰੇ। ਉਸ ਤੋਂ ਬਾਅਦ ਇਹ ਵੀ ਕੈਪੀਟਲ ਲੈਟਰਸ ਵਿੱਚ ਆਊਗਾ, ਵੱਡੇ ਅੱਖਰਾਂ 'ਚ ਲਿਖਣਾ ਆਪਾਂ ਨੇ ਇਹ ਵੀ, ਠੀਕ ਹੈ। ਇੱਥੇ ਦੇਖੋ ਨੰਬਰ 1, 2 ਅਤੇ 3 ਚੀਜ਼ਾਂ ਹੋ ਗਈਆਂ, ਇਹ ਮਤਲਬ ਕੈਪੀਟਲ ਲੈਟਰਸ ਦੇ ਵਿੱਚ ਲਿਖਣੀਆਂ ਨੇ। ਇੱਧਰ ਡੇਟ ਲਿਖਣੀ ਹੈ, ਠੀਕ ਹੈ। ਡੇਟ ਦਾ ਵੀ ਇੱਕ ਪਾਰਟੀਕੂਲਰ ਫਾਰਮੈਟ ਆਪਾਂ ਦੱਸਾਂਗੇ, ਅਗੇ MCQs ਕਰਾਂਗੇ, ਦੱਸੂਗਾ ਮੈਂ ਸਹੀ ਫਾਰਮੈਟ ਕੀ ਹੈ ਡੇਟ ਲਿਖਣ ਦਾ। ਉਸ ਤੋਂ ਬਾਅਦ ਇੱਥੇ ਕੰਟੈਂਟ ਆ ਗਿਆ, ਠੀਕ ਹੈ। ਕੰਟੈਂਟ ਤੋਂ ਬਾਅਦ ਕੰਟੈਂਟ ਨੂੰ ਬਲੌਕ ਲੈਟਰਸ ਦੇ ਵਿੱਚ ਨਹੀਂ ਲਿਖਣਾ ਹੁੰਦਾ। ਇਸ ਮਤਲਬ ਜਨਰਲੀ ਜਿਵੇਂ ਆਪਾਂ ਪੰਕਚੁਏਸ਼ਨ ਹੁੰਦੀ ਹੈ ਨਾ, ਉਵੇਂ ਲਿਖਦੇ ਹਾਂ ਵੀ ਪਹਿਲਾ ਲੈਟਰ ਕੈਪੀਟਲ, ਸੈਂਟੈਂਸ ਖਤਮ ਹੋ ਗਿਆ ਫਿਰ ਫਸਟ ਲੈਟਰ ਕੈਪੀਟਲ ਹੋ ਸਕਦਾ ਇਸ ਤਰ੍ਹਾਂ। ਉਸ ਤੋਂ ਬਾਅਦ ਬੇਟਾ ਆਉਂਦਾ ਇਹਦਾ ਸਿਗਨੇਚਰ, ਸਿਗਨੇਚਰ ਦਾ ਕੋਲਮ ਉਹਦੇ ਸਿਗਨੇਚਰ ਕਰਨੇ ਨੇ, ਠੀਕ ਹੈ। ਸਿਗਨੇਚਰ ਤੋਂ ਬਾਅਦ ਫਿਰ ਜਿਸ ਨੇ ਵੀ ਸਿਗਨੇਚਰ ਕੀਤੇ ਨੇ, ਜੋ ਲਿਖਣ ਵਾਲਾ ਰਾਈਟਰ ਹੈ, ਠੀਕ ਹੈ, ਰਾਈਟਰ ਆਫ ਦਾ ਨੋਟਿਸ ਹੈ, ਜੋ ਨੋਟਿਸ ਲਿਖ ਰਿਹਾ ਹੈ ਉਸਦੇ ਸਿਗਨੇਚਰ ਹੋਣਗੇ ਉਰੇ। ਸਿਗਨੇਚਰ ਤੋਂ ਬਾਅਦ ਬੇਟਾ ਉਸਨੇ ਨਾਮ ਲਿਖਣਾ ਆਪਣਾ ਉਰੇ। ਹੁਣ ਸਿਗਨੇਚਰ ਅਤੇ ਨਾਮ ਦੇ ਵਿੱਚ ਵੀ ਡਿਫਰੈਂਸ ਤੁਹਾਨੂੰ ਪਤਾ ਹੋਣਾ ਚਾਹੀਦਾ ਕੀ ਡਿਫਰੈਂਸ ਹੈ ਸਿਗਨੇਚਰ ਅਤੇ ਨੇਮ ਦੇ ਵਿੱਚ। ਮੈਂ ਤੁਹਾਨੂੰ ਦਿਖਾਉਣਾ, ਦੇਖੋ ਨੇਮ ਅਤੇ ਸਿਗਨੇਚਰ ਵਿੱਚ ਕੀ ਡਿਫਰੈਂਸ ਹੈ। ਦੇਖੋ ਜਿਹੜਾ ਨੇਮ ਹੈ ਬੇਟਾ ਇਹ ਹਮੇਸ਼ਾ ਜਿਵੇਂ ਫਸਟ ਲੈਟਰ ਕੈਪੀਟਲ ਕਰਕੇ ਬਾਕੀ ਜੋ ਸਮੋਲ 'ਚ ਹੀ ਹੈ, ਰਨਿੰਗ 'ਚ ਹੈ ਇਹ, ਠੀਕ ਹੈ। ਇਹ ਸਿਗਨੇਚਰ ਨੇ। ਅਤੇ ਜਦੋਂ ਆਪਾਂ ਇਸ ਤਰ੍ਹਾਂ ਵੱਡੇ ਅੱਖਰਾਂ 'ਚ ਕੈਪੀਟਲ ਲੈਟਰਸ ਦੇ ਵਿੱਚ ਲਿਖਾਂਗੇ ਇਹ ਨੇਮ ਹੈ, ਠੀਕ ਹੈ। ਇਹ ਲਿਖਣਾ ਵੀ ਕੈਪੀਟਲ ਲੈਟਰਸ ਦੇ ਵਿੱਚ ਹੈ, ਠੀਕ ਹੈ। ਇਹ ਧਿਆਨ ਰੱਖਣੀ ਹੈ ਗੱਲ ਆਪਾਂ ਨੇ। ਹੁਣ ਦੇਖੋ
होर एक दो गल मैं तुहानूं दसदा जे कंप्लीट हो जाएगा, उस तो बाद आप MCQ ते चलांगे। फिर देखो उस नेम लिखण तो बाद बेटा डेजिग्नेशन लिखनी है, अहुदा लिखना है, जो भी उस बंदे का अहुदा राइटर का। तो ये ध्यान रखना है, अहुदा हमेशा जो है ना इत्थों लिखोगे ਉਹ ਨਾ ਬ੍ਰੈਕਟ ਦੇ ਵਿੱਚ ਬੰਦ ਕਰਨਾ ਆਪਾਂ ਨੇ, ਉਹਦਾ ਕਿਸ ਦੇ ਵਿੱਚ ਬੰਦ ਕਰਨਾ ਹੈ, ਬ੍ਰੈਕਟਸ ਦੇ ਵਿੱਚ ਬੰਦ ਕਰਨਾ ਹੈ, ਬ੍ਰੈਕਟ 'ਚ ਲਿਖਣਾ ਆਪਾਂ ਨੇ। ਠੀਕ ਹੈ, ਉਮੀਦ ਕਰਦਾ ਇਹ ਗੱਲ ਸਮਝ ਆ ਗਈ ਹੋਊਗੀ ਸਾਰੀ। ਹੁਣ ਦੇਖੋ ਆਪਾਂ ਅੱਗੇ ਚੱਲਾਂਗੇ, ਇੱਕ ਪੁਆਇੰਟ ਹੋਰ ਦੇਖੋ ਆ ਪੜ੍ਹ ਲੈਂਦੇ ਆਪਾਂ, 9ਵਾਂ ਨੰਬਰ ਹੈ, ਉਸ ਤੋਂ ਬਾਅਦ MCQs 'ਤੇ ਚੱਲਾਂਗੇ ਆਪਾਂ। ਦ ਪਰਸਨ ਰਿਸਪੋਂਸੀਬਲ ਫॉर ਇਸ਼ੂਇੰਗ ਦ ਨੋਟਿਸ ਸ਼ੁੱਡ ਰਾਈਟ ਹਿਜ਼ ਨੇਮ ਇਨ ਕੈਪੀਟਲ ਲੈਟਰਸ। ਇਹ ਗੱਲ ਆ ਗਈ ਨਾ, ਦੇਖੋ ਕੈਪੀਟਲ ਲੈਟਰਸ ਦੇ ਵਿੱਚ ਨਾਮ ਲਿਖਣਾ ਹੈ। ਠੀਕ ਹੈ, ਬਿਲੋ ਹਿਜ਼ ਸਿਗਨੇਚਰ, ਆਪਣੇ ਸਿਗਨੇਚਰ ਦੇ ਹੇਠਾਂ। ਬਿਲੋ ਇਹਨੂੰ ਯਾਦ ਰੱਖਿਓ, ਬਿਲੋ ਦਾ ਮਤਲਬ ਹੁੰਦਾ ਬੇਟਾ ਹੇਠਾਂ, ਤੇ ਅਬਵ ਦਾ ਮਤਲਬ ਹੁੰਦਾ ਉੱਪਰ। ਇਹ ਦੋਵੇਂ ਜੋ ਟਰਮ ਜੋ ਹੈ ਯੂਜ ਹੋਣਗੀਆਂ ਬਹੁਤ, ਇਸ ਦੇ ਵਿੱਚ ਯਾਦ ਰੱਖਿਓ। ਬਿਲੋ ਮਤਲਬ ਹੇਠਾਂ, ਅਬਵ ਦਾ ਮਤਲਬ ਉੱਪਰ ਹੁੰਦਾ ਹੈ। ਠੀਕ ਹੈ, ਸੋ ਪਹਿਲਾਂ ਨਾਮ ਲਿਖਣਾ ਹੈ, ਉਸ ਤੋਂ ਹੇਠਾਂ ਜੋ ਹੈ ਪਹਿਲਾਂ ਸਿਗਨੇਚਰ ਕਰਨੇ ਨੇ, ਸਿਗਨੇਚਰ ਤੋਂ ਹੇਠਾਂ ਜੋ ਹੈ ਕੈਪੀਟਲ ਲੈਟਰਸ ਦੇ ਵਿੱਚ ਨਾਮ ਲਿਖਣਾ ਹੈ। ਠੀਕ ਹੈ, ਨਾਮ ਲਿਖਾਂਗੇ, ਉਸ ਤੋਂ ਬਾਅਦ ਫਿਰ ਜੋ ਹੈ ਨਾਮ ਤੋਂ ਬਾਅਦ ਕੀ ਲਿਖਣੀ ਹੈ, ਡੈਜੀਗਨੇਸ਼ਨ ਲਿਖਣੀ, ਯਾਨੀ ਕਿ ਆਪਣਾ ਅਹੁਦਾ ਲਿਖਣਾ ਹੈ। ਠੀਕ ਹੈ, ਇਹ ਗੱਲਾਂ ਨੇ। ਹੁਣ ਦੇਖੋ ਇੱਕ ਵਾਰੀ ਹੋਰ ਇੱਕ ਇਹ ਨੋਟਿਸ ਆਪਾਂ ਦੇਖ ਲੈਂਦੇ, ਉਸ ਤੋਂ ਬਾਅਦ MCQs ਕਰਦੇ ਹਾਂ। ਫਿਰ ਦੇਖੋ ਇਸ ਦੇ ਵਿੱਚ ਇਹ ਪਹਿਲੇ DAV ਪਬਲਿਕ ਸਕੂਲ ਲੁਧਿਆਣਾ ਕੀ ਹੈ ਬੇਟਾ, ਇਸ ਆਰਗੇਨਾਈਜੇਸ਼ਨ ਦਾ ਨਾਮ ਹੋ ਗਿਆ, ਸੰਸਥਾ ਦਾ ਨਾਮ, ਦੇਖੋ ਕੈਪੀਟਲ ਦੇ ਵਿੱਚ ਲਿਖਤਾ ਸਾਰਾ ਆਪਾਂ ਨੇ। ਠੀਕ ਹੈ, ਕੱਲਾ ਕੱਲਾ ਲੈਟਰ ਜੋ ਹੈ ਕੈਪੀਟਲ ਲਿਖਿਆ ਹੈ। ਤੇ ਉਸ ਤੋਂ ਬਾਅਦ ਦੂਸਰੇ ਨੰਬਰ 'ਤੇ ਕੀ ਆ ਗਿਆ, ਇਹ ਵਰਡ ਲਿਖਣਾ ਆਪਣੇ, ਨੋਟਿਸ NOTICE ਕੈਪੀਟਲ ਦੇ ਵਿੱਚ ਜਿਵੇਂ ਆ ਲਿਖਿਆ ਹੋਇਆ ਐਵੇਂ ਲਿਖਣਾ ਇਹ। ਠੀਕ ਹੈ, ਤੇ ਬਾਕਸ ਦੇ ਵਿੱਚ ਲਿਖਣਾ ਹੈ, ਬਾਰ-ਬਾਰ ਦੱਸਣਾ, ਯਾਦ ਰੱਖਿਓ। ਅਬ ਪੂਰਾ ਪਹਿਲਾਂ ਬਾਕਸ ਡਰੋ ਹੋਏਗਾ 4 ਚੁਫੇਰੇ। ਠੀਕ ਹੈ, ਉਸ ਤੋਂ ਬਾਅਦ ਅੱਗੇ ਦੇਖੋ ਇਹ ਡੇਟ ਆ ਗਈ, ਆਹ ਫੋਰਮੈਟ ਦੇਖੋ ਧਿਆਨ ਰੱਖਿਓ, ਡੇਟ ਦਾ ਲਿਖਣ ਦਾ ਸਹੀ ਫੋਰਮੈਟ ਹੈ ਇਹ। ਜਿਵੇਂ ਪਹਿਲਾਂ ਜਿੰਨੀ ਵੀ ਤਰੀਕ ਹੈ, ਜਿਵੇਂ 10 ਹੈ, ਠੀਕ ਹੈ, 10th TH ਲਗਾਤਾ ਨਾਲ, ਜੇ 1 ਹੁੰਦਾ ਤਾਂ 1 ਦੇ ਨਾਲ ST ਲੱਗ ਜਾਂਦਾ ਹੁੰਦਾ ਫਸਟ, ਜੇ 2 ਹੁੰਦਾ ਤਾਂ ਸੈਕਿੰਡ ਨਾਲ ਕਿ 2 ਲਿਖ ਕੇ ND ਲਿਖਦੇ ਆਪਾਂ ਨਾਲ, ਜੇ 3 ਹੁੰਦਾ ਇੱਥੇ ਆਪਾਂ ਲਿਖਦੇ ਥਰਡ, 3 ਦੇ ਨਾਲ RD ਲਿਖਦੇ ਨਾਲ ਲਿਖ ਕੇ। ਠੀਕ ਹੈ, ਐਵੇਂ ਲਿਖਾਂਗੇ ਆਪਾਂ ਡੇਟ ਦੇ ਨਾਲ ਆ ਚੀਜ਼ ਲਿਖ ਕੇ। ਉਸ ਤੋਂ ਬਾਅਦ ਮਹੀਨੇ ਦਾ ਨਾਮ ਲਿਖਾਂਗੇ ਪੂਰਾ, ਇਹ ਕੈਪੀਟਲ ਲੈਟਰ ਲਿਖ ਕੇ ਪਹਿਲਾਂ, ਫਿਰ ਪੂਰਾ ਨਾਮ ਲਿਖਣਾ ਮਹੀਨੇ ਦਾ, ਉਸ ਤੋਂ ਬਾਅਦ ਸਾਲ। ਬਿਲਕੁਲ ਇਹੀ ਫੋਰਮੈਟ ਹੈਗਾ ਰਾਈਟ। ਜੇ ਕੋਈ ਇਸ ਤੋਂ ਬਿਨਾਂ ਕੋਈ ਫੋਰਮੈਟ ਆਉਂਦਾ ਆਪਸ਼ਨ ਦੇ ਵਿੱਚ ਉਹ ਗਲਤ ਹੈ, ਇਹ ਰਾਈਟ ਆਪਸ਼ਨ ਹੈ, ਰਾਈਟ ਫੋਰਮੈਟ ਇਹ ਹੈ ਡੇਟ ਲਿਖਣ ਦਾ, ਇਹ ਬਣੇਗਾ ਕੁਐਸਚਨ। ਠੀਕ ਹੈ, ਉਸ ਤੋਂ ਬਾਅਦ ਇੱਥੇ ਲਿਖਣਾ ਆਪਣੀ ਹੈਡਿੰਗ ਆ ਗਿਆ, ਦੇਖੋ ਇਹ ਇੰਪੋਰਟੈਂਟ ਮੀਟਿੰਗ ਹੈ, ਇਹ ਹੈਡਿੰਗ ਹੈ ਇਸ ਦਾ, ਇਹ ਵੀ ਕੈਪੀਟਲ ਲੈਟਰ ਦੇ ਵਿੱਚ ਆਪਾਂ ਨੇ ਲਿਖਣਾ ਹੈ। ਠੀਕ ਹੈ, ਇੱਕ ਗੱਲ ਹੋਰ ਧਿਆਨ ਰੱਖਿਓ, ਜਿਵੇਂ ਇਹ ਸੰਸਥਾ ਦਾ ਨਾਮ ਲਿਖਿਆ, ਇਸ ਤੋਂ ਬਾਅਦ ਇੱਕ ਲਾਈਨ ਛੱਡੀ ਵੀ ਜਾ ਸਕਦੀ ਹੈ ਤੇ ਨਹੀਂ ਵੀ। ਫਿਰ ਆਪਾਂ ਨੇ ਨੋਟਿਸ ਸ਼ਬਦ ਲਿਖਿਆ, ਇਸ ਤੋਂ ਬਾਅਦ ਇੱਕ ਲਾਈਨ ਖਾਲੀ ਛੱਡ ਵੀ ਸਕਦੇ ਆ, ਨਹੀਂ ਵੀ। ਠੀਕ ਹੈ, ਡੇਟ ਲਿਖਤੀ, ਡੇਟ ਲਿਖਣ ਤੋਂ ਬਾਅਦ ਇੱਕ ਲਾਈਨ ਖਾਲੀ ਛੱਡ ਵੀ ਸਕਦੇ ਆ, ਨਹੀਂ ਵੀ। ਇਹ ਆਪਸ਼ਨਲ ਹੋਊਗੀ ਗੱਲ, ਇੱਥੇ ਧਿਆਨ ਰੱਖਿਓ। ਠੀਕ ਹੈ, ਆਪਸ਼ਨਲ ਹੈ ਵੀ, ਲਾਈਨ ਛੱਡ ਵੀ ਸਕਦੇ ਆ, ਨਹੀਂ ਵੀ, ਇਹ ਕੋਈ ਦਿੱਕਤ ਨਹੀਂ ਹੈਗੀ, ਕੁਐਸਚਨ ਬਣ ਸਕਦਾ MCQ ਇਸ 'ਤੇ। ਉਸ ਤੋਂ ਬਾਅਦ ਜਿਹੜਾ ਇਹ ਆ ਗਿਆ ਬੇਟਾ, ਇਹ ਪਾਰਟ ਜਿਹੜਾ ਇਹ ਲਿਖਿਆ ਦੇਖੋ, ਇਹ ਇਸ ਨੂੰ ਕਹਿੰਦੇ ਆਪਾਂ ਬੋਡੀ ਆਫ ਦਾ ਨੋਟਿਸ। ਇਹ ਮੇਨ ਹੈ, ਯਾਨੀ ਕਿ ਕੰਟੈਂਟ ਕਹਿ ਲਓ ਜਾਂ ਬੋਡੀ ਹੈ ਜੋ ਵੀ ਇਸ ਦੀ ਆਪਣਾ ਨੋਟਿਸ ਦੀ, ਇਹ ਹੈ। ਇੱਥੇ ਸਾਰੇ ਕੁਛ ਆਪਾਂ ਜੋ ਵੀ ਲਿਖਣਾ ਇੱਥੇ ਲਿਖਿਆ ਜਾਂਦਾ ਹੈ, ਇਸ ਨੂੰ ਕਹਿੰਦੇ ਆ ਬੋਡੀ। ਕੀ ਕਹਿੰਦੇ ਆ ਬੇਟਾ, ਬੋਡੀ। ਇਹ ਹੈਡਿੰਗ ਹੈ ਜਾਂ ਸਬਜੈਕਟ ਵੀ ਕਹਿ ਦਿੰਦੇ ਨੇ ਇਸ ਨੂੰ, ਹੈਡਿੰਗ ਨੂੰ ਸਬਜੈਕਟ ਵੀ ਕਿਹਾ ਜਾ ਸਕਦਾ ਹੈ। ਠੀਕ ਹੈ, ਇਸ ਤੋਂ ਬਾਅਦ ਜੋ ਫਿਰ ਸਿਗਨੇਚਰ ਹੋਣਗੇ ਤੇ ਫਿਰ ਕੈਪੀਟਲ ਲੈਟਰਸ ਦੇ ਵਿੱਚ ਨਾਮ ਲਿਖਿਆ ਜਾਊਗਾ ਇਸ ਬੰਦੇ ਦਾ। ਫਿਰ ਜੋ ਅਹੁਦਾ ਹੈ ਦੇਖੋ ਬ੍ਰੈਕਟ ਦੇ ਵਿੱਚ ਲਿਖਣਾ, ਜਿਵੇਂ ਬ੍ਰੈਕਟ ਵਿੱਚ ਲਿਖਿਆ ਇੱਥੇ। ਠੀਕ ਹੈ, ਉਮੀਦ ਕਰਦਾ ਜੋ ਹੈ ਤੁਹਾਨੂੰ ਸਮਝ ਆ ਗਿਆ ਹੋਗਾ। ਹੁਣ ਆਪਾਂ ਕਰਾਂਗੇ MCQs ਬੜੇ ਸੌਖੇ ਨੇ, ਇਹਨਾਂ ਦੇ ਵਿੱਚੋਂ ਹੀ ਮੈਂ ਬਣਾਏ ਹੋਏ ਨੇ ਸਾਰੇ, ਤੇ ਇਹੀ ਆ ਸਕਦੇ ਨੇ ਪੇਪਰ ਦੇ ਵਿੱਚ, ਸੰਭਾਵਨਾ ਇਹਨਾਂ ਦੀ ਉਹ ਹੈ। ਠੀਕ ਹੈ ਬੇਟਾ, ਚਲੋ ਹੁਣ ਆਪਾਂ ਜੋ ਹੈ ਮੈਂ ਡਿਸਕਸ ਨਹੀਂ ਕਰੂੰਗਾ ਇਸ ਨੋਟਿਸ ਨੂੰ, ਇਹ ਤੁਸੀਂ ਪੜ੍ਹ ਲਿਓ ਸਿੱਧਾ। ਹੁਣ ਆਪਾਂ ਚੱਲਦੇ ਹਾਂ MCQs ਤੇ। ਦੇਖੋ, ਵਾਟ ਇਜ਼ ਦਾ ਵਰਡ ਲਿਮਿਟ ਆਫ ਨੋਟਿਸ ਫੋਰ ਕਲਾਸ 12? 12 ਕੋਈ ਜ਼ਰੂਰੀ ਨਹੀਂ ਹੈਗਾ, ਮਤਲਬ ਸਾਰੀਆਂ ਕਲਾਸਿਸ ਲਈ ਹੈਗੀ ਹੈ ਇਹ। ਠੀਕ ਹੈ, ਤੇ ਕੀ ਲਿਮਿਟ ਹੈਗੀ ਹੈ ਇਸ ਦੀ? 50 ਵਰਡਸ। ਕੀ ਹੈ ਬੇਟਾ? 50 ਵਰਡਸ ਦੀ ਲਿਮਿਟ ਹੈ, 50 ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਇਹ ਤੁਹਾਨੂੰ ਪਹਿਲਾਂ ਹੀ ਪਤਾ, ਮੈਂ ਥਿਊਰੀ ਸੈਕਸ਼ਨ ਦੇ ਵਿੱਚ ਕਰਾਇਆ, ਤੁਹਾਨੂੰ ਯਾਦ ਰੱਖਿਓ ਗੱਲ ਇਹ। ਠੀਕ ਹੈ, ਉਸ ਤੋਂ ਬਾਅਦ ਦੇਖੋ ਅਗਲਾ ਕੁਐਸਚਨ ਹੈ, ਵਿਚ ਆਫ ਦਾ ਫਲੋਇੰਗ ਇਜ਼ ਅ ਟਾਈਪ ਆਫ ਅ ਨੋਟਿਸ? ਨੋਟਿਸ ਦੀ ਟਾਈਪ ਕਿਹੜੀ ਹੈ ਇਹਨਾਂ ਵਿੱਚੋਂ? ਦੇਖੋ, ਲੋਸਟ ਐਂਡ ਫਾਊਂਡ, ਗਰੂਮ ਵਾਂਟਿਡ, ਬ੍ਰਾਈਡ ਵਾਂਟਿਡ, ਸਿਚੁਏਸ਼ਨ ਵਾਂਟਿਡ। ਇਹ ਨੋਟਿਸ ਨਹੀਂ ਹੈਗੇ, ਇਹ ਕੀ ਹੈ ਤਾਂ ਐਡਵਰਟੀਜ਼ਮੈਂਟਸ ਦੀਆਂ ਟਾਈਪ ਨੇ, ਇਹ ਹੈਗੇ ਲੋਸਟ ਐਂਡ ਫਾਊਂਡ ਜੋ ਹੈ, ਇਹ ਕੀ ਹੈ ਬੇਟਾ, ਇਹ ਟਾਈਪ ਹੈ ਨੋਟਿਸ ਦੀ। ਨੋਟਿਸ ਹੁੰਦਾ ਲੋਸਟ ਐਂਡ ਫਾਊਂਡ ਦਾ। ਠੀਕ ਹੈ, ਉਸ ਤੋਂ ਬਾਅਦ ਹੈਗਾ ਦੇਖੋ ਆਪਣੇ ਕੋਲ ਆ ਜਾਂਦਾ ਕੁਐਸਚਨ ਅਗਲਾ, ਨੋਟਿਸ ਇਜ਼ ਅ। ਨੋਟਿਸ ਕੀ ਹੈ? ਟਾਈਪ ਆਫ ਲੈਟਰ ਹੈ, ਟਾਈਪ ਆਫ ਰਿਪੋਰਟ ਹੈ, ਟਾਈਪ ਆਫ ਆਰਟੀਕਲ ਹੈ, ਆਰਟੀਕਲ ਵੀ ਨਹੀਂ ਹੈ, ਨਨ ਆਫ ਦੀਜ ਹੈ ਇਹ। ਨੋਟਿਸ ਦਾ ਨੋਟਿਸ ਹੁੰਦਾ। ਠੀਕ ਹੈ, ਉਸ ਤੋਂ ਬਾਅਦ ਅਗਲਾ ਦੇਖੋ, ਦ ਹੈਡਿੰਗ ਔਰ ਸਬਜੈਕਟ ਆਫ ਅ ਨੋਟਿਸ ਸ਼ੁੱਡ। ਜੋ ਹੈਡਿੰਗ ਹੈ ਜਾਂ ਸਬਜੈਕਟ ਹੈ ਨੋਟਿਸ ਦਾ, ਉਹ ਕੀ ਹੋਣਾ ਚਾਹੀਦਾ ਹੈ? ਨੋਟ ਬੀ ਦੇਅਰ, ਨਹੀਂ ਹੋਣਾ ਚਾਹੀਦਾ। ਬੀ ਬਰੀਫ ਐਂਡ ਕੈਚੀ, ਸੰਖੇਪ ਦੇ ਵਿੱਚ ਅਤੇ ਆਕਰਸ਼ਕ ਹੋਣਾ ਚਾਹੀਦਾ ਹੈ। ਬੀ ਏ ਲੌਂਗ ਟੇਲ ਕੀਵਰਡ, ਨਨ ਆਫ ਦੀਜ। ਆਪਾਂ ਕੀਤਾ ਪਹਿਲਾਂ ਦੇਖੋ, ਬਰੀਫ ਅਤੇ ਕੈਚੀ ਹੋਣਾ ਚਾਹੀਦਾ ਹੈ। ਠੀਕ ਹੈ, ਬਰੀਫ ਅਤੇ ਕੈਚੀ, ਇਹ ਆਨਸਰ ਹੈ ਇਸ ਦਾ। ਠੀਕ ਹੈ, ਅਗਲਾ ਦੇਖੋ, ਵੇਅਰ ਇਜ਼ ਦਾ ਸੈਲੂਟੇਸ਼ਨ ਪਲੇਸ ਇਨ ਨੋਟਿਸ? ਸੈਲੂਟੇਸ਼ਨ ਕਿੱਥੇ ਲਿਖੀ ਜਾਂਦੀ ਹੈ ਨੋਟਿਸ ਦੇ ਵਿੱਚ? ਠੀਕ ਹੈ, ਇਸ ਦਾ ਆਨਸਰ ਬੇਟਾ ਹੈਗਾ ਸੈਲੂਟੇਸ਼ਨ ਦੀ ਕੋਈ ਜ਼ਰੂਰਤ ਨਹੀਂ, ਦੇਅਰ ਇਜ਼ ਨੋ ਨੀਡ ਟੂ ਰਾਈਟ ਸੈਲੂਟੇਸ਼ਨ ਇਨ ਅ ਨੋਟਿਸ। ਸੈਲੂਟੇਸ਼ਨ ਕੀ ਹੁੰਦਾ? ਜਿਵੇਂ ਆਪਾਂ ਲੈਟਰ ਲਿਖਦੇ ਹਾਂ, ਠੀਕ ਹੈ, ਲੈਟਰ ਦੇ ਵਿੱਚ ਆਪਾਂ ਲਿਖਦੇ ਹਾਂ ਡੀਅਰ ਆਪਣਾ
ਸਰ, ਮੈਡਮ, ਠੀਕ ਹੈ, ਜਾਂ ਡੀਅਰ ਫਾਦਰ, ਡੀਅਰ ਮਦਰ, ਜੋ ਇਹ ਵਰਡਸ ਹੁੰਦੇ ਨੇ ਇਹਨਾਂ ਨੂੰ ਸੈਲੂਟੇਸ਼ਨ ਕਿਹਾ ਜਾਂਦਾ ਹੈ, ਠੀਕ ਹੈ, ਤੇ ਇਸ ਦੀ ਨੋਟਿਸ ਵਿੱਚ ਕੋਈ ਜ਼ਰੂਰਤ ਨਹੀਂ ਹੁੰਦੀ। ਅਗਲਾ ਕੁਐਸਚਨ ਦੇਖੋ, ਵਿਚ ਆਫ these ਇਜ਼ ਦਾ ਮੋਸਟ ਸੁਟੇਬਲ ਵੇ ਟੂ ਸਟਾਰਟ ਦਾ ਬੋਡੀ ਆਫ ਏ ਨੋਟਿਸ। ਜਦੋਂ ਨੋਟਿਸ ਆਪਾਂ ਲਿਖਣਾ ਸ਼ੁਰੂ ਕਰਦੇ ਹਾਂ, ਸਭ ਤੋਂ ਪਹਿਲੇ ਜੋ ਵਰਡਸ ਨੇ ਉਹ ਕਿਹੜੇ ਜ਼ਿਆਦਾ ਸੂਟੇਬਲ ਨੇ, ਕਿੰਨਾ ਵਰਡਸ ਤੋਂ ਆਪਾਂ ਨੋਟਿਸ ਲਿਖਣਾ ਸ਼ੁਰੂ ਕਰ ਸਕਦੇ ਹਾਂ ਆਮ ਤੌਰ 'ਤੇ, ਠੀਕ ਹੈ। ਇਹਨਾਂ ਵਿੱਚੋਂ ਵਰਡਸ ਹੈਗੇ ਨੇ ਬੇਟਾ, ਇਹ ਆਪਸ਼ਨ ਕਰੈਕਟ ਮੈਂ ਦੱਸ ਰਿਹਾ ਤੁਹਾਨੂੰ, ਦਿਸ ਇਜ਼ ਟੂ ਇਨਫੋਰਮ, ਐਵੇਂ ਲਿਖਦੇ ਹਾਂ ਆਪਾਂ, ਦਿਸ ਇਜ਼ ਟੂ ਇਨਫੋਰਮ, ਠੀਕ ਹੈ, ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ। ਇਹਨਾਂ ਸ਼ਬਦਾਂ ਤੋਂ ਆਪਾਂ ਨੋਟਿਸ ਲਿਖਣਾ ਸ਼ੁਰੂ ਕਰਦੇ ਹਾਂ ਆਮ ਤੌਰ 'ਤੇ, ਠੀਕ ਹੈ। ਵਾਟ ਇਜ਼ ਰਿਟਨ ਔਨ ਦਾ ਟੌਪ ਆਫ ਏ ਨੋਟਿਸ, ਨੋਟਿਸ ਦੇ ਟੌਪ 'ਤੇ ਆਪਾਂ ਕੀ ਲਿਖਦੇ ਹਾਂ, ਦੇਖੋ ਤੁਸੀਂ ਅੰਦਾਜ਼ਾ ਲਗਾਓ, ਡੇਟ ਲਿਖਦੇ ਹਾਂ, ਨੇਮ ਆਫ ਦਾ ਇੰਸਟੀਟਿਊਸ਼ਨ ਔਰ ਆਰਗੇਨਾਈਜੇਸ਼ਨ, ਸਬਜੈਕਟ ਜਾਂ ਬੋਡੀ ਆਫ ਨੋਟਿਸ, ਕੀ ਲਿਖਦੇ ਹਾਂ ਆਪਾਂ, ਨੇਮ ਆਫ ਦਾ ਇੰਸਟੀਟਿਊਸ਼ਨ ਔਰ ਆਰਗੇਨਾਈਜੇਸ਼ਨ ਲਿਖਦੇ ਹਾਂ, ਆਪਾਂ ਚੰਗੀ ਤਰ੍ਹਾਂ ਕਰ ਚੁੱਕੇ ਹਾਂ ਪਿੱਛੇ ਥਿਊਰੀ ਸੈਕਸ਼ਨ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਦੇਖੋ, ਵਿਚ ਆਫ ਦਾ ਫਲੋਇੰਗ ਸਟੇਟਮੈਂਟਸ ਇਜ਼ ਕਰੈਕਟ, ਕਿਹੜੀ ਸਟੇਟਮੈਂਟ ਕਰੈਕਟ ਹੈ। ਨੋਟਿਸ ਇਜ਼ ਰਿਟਨ ਟੂ ਇਨਫੋਰਮ ਅਦਰਸ, ਨੋਟਿਸ ਦੂਜਿਆਂ ਨੂੰ ਇਨਫੋਰਮ ਕਰਨ ਲਈ ਲਿਖਿਆ ਜਾਂਦਾ ਹੈ, ਬਿਲਕੁਲ ਲਿਖਿਆ ਜਾਂਦਾ ਹੈ। ਨੋਟਿਸ ਇਜ਼ ਆਫ 50 ਵਰਡਸ, 50 ਸ਼ਬਦਾਂ ਵਿੱਚ ਹੁੰਦਾ ਹੈ, ਬਿਲਕੁਲ ਰਾਈਟ ਹੈ ਇਹ ਵੀ। ਨੋਟਿਸ ਔਨ ਆਨਸਰਸ ਕੁਐਸਚਨਸ ਲਾਈਕ ਵਾਟ, ਵੈਨ ਐਂਡ ਵੇਅਰ, ਨੋਟਿਸ ਜੋ ਹੈ ਇਹਨਾਂ ਸਵਾਲਾਂ ਦੇ ਜਵਾਬ ਦਿੰਦਾ ਕਿ ਕਿੱਥੇ, ਠੀਕ ਹੈ, ਕੀ, ਕਿੱਥੇ, ਠੀਕ ਹੈ, ਵੈਨ ਯਾਨੀ ਕਿ ਕਦੋਂ ਅਤੇ ਕਿੱਥੇ, ਕੀ, ਕਦੋਂ, ਕਿੱਥੇ, ਇਹਨਾਂ ਸਵਾਲਾਂ ਦੇ ਜਵਾਬ ਦਿੰਦਾ ਹੈ, ਠੀਕ ਹੈ। ਆਲ ਆਫ these ਸਾਰੇ ਹੀ ਆਨਸਰ ਇਸ ਦੇ ਕਰੈਕਟ ਨੇ ਬੇਟਾ ਇਹ, ਕਿਉਂਕਿ ਨੋਟਿਸ ਤੋਂ ਆਪਾਂ ਨੂੰ ਦੇਖੋ ਇਨਫੋਰਮੇਸ਼ਨ ਵੀ ਮਿਲਦੀ ਹੈ, 50 ਸ਼ਬਦਾਂ ਵਿੱਚ ਵੀ ਲਿਖਣਾ ਹੁੰਦਾ ਇਹ, ਤੇ ਇਹ ਵੀ ਦੱਸਿਆ ਜਾਂਦਾ ਵੀ ਕੀ ਹੋਣਾ ਹੈ, ਕਦੋਂ ਹੋਣਾ ਹੈ, ਕਿੱਥੇ ਹੋਣਾ ਹੈ, ਇਹ ਸਾਰੇ ਸਵਾਲਾਂ ਦੇ ਜਵਾਬ ਨੋਟਿਸ ਤੋਂ ਮਿਲਦੇ ਨੇ ਆਪਾਂ ਨੂੰ, ਠੀਕ ਹੈ, ਤੇ ਸਾਰੇ ਹੀ ਸਹੀ ਹੋ ਗਏ। ਅਗਲਾ ਦੇਖੋ, ਵੇਅਰ ਸ਼ੁੱਡ ਦੀ ਸਬਸਕ੍ਰਿਪਸ਼ਨ ਬੀ ਪਲੇਸਡ ਇਨ ਏ ਨੋਟਿਸ, ਸਬਸਕ੍ਰਿਪਸ਼ਨ ਕਿੱਥੇ ਲਿਖੀ ਜਾਂਦੀ ਹੈ ਨੋਟਿਸ ਦੇ ਵਿੱਚ। ਸਬਸਕ੍ਰਿਪਸ਼ਨ ਦਾ ਮਤਲਬ ਹੁੰਦਾ ਹੈ ਬੇਟਾ ਸਾਈਨ ਕਰਨਾ, ਇਹ ਯਾਦ ਰੱਖਿਓ, ਸਬਸਕ੍ਰਿਪਸ਼ਨ ਦਾ ਮਤਲਬ ਸਾਈਨ ਕਰਨਾ ਹੈ। ਹੁਣ ਆਪਾਂ ਪਿੱਛੇ ਕੀਤਾ ਸੀ ਸਾਈਨ, ਦੇਖੋ ਕਿੱਥੇ ਜਾਂਦੇ ਨੇ ਨੋਟਿਸ ਦੇ ਵਿੱਚ, ਐਟ ਦੀ ਐਂਡ ਕਿੱਥੇ ਜਾਂਦੇ ਨੇ ਨਾ, ਲਾਸਟ 'ਤੇ ਹੀ ਸਾਈਨ ਹੁੰਦੇ ਨੇ, ਠੀਕ ਹੈ, ਇਹ ਆਨਸਰ ਇਸ ਦਾ ਹੋ ਗਿਆ ਆਪਸ਼ਨ, ਠੀਕ ਹੈ। ਅੱਗੇ ਦੇਖੋ, ਹਾਊ ਇਜ਼ ਦਾ ਸਬਜੈਕਟ ਰਿਟਨ ਇਨ ਏ ਨੋਟਿਸ, ਨੋਟਿਸ ਵਿੱਚ ਜੋ ਸਬਜੈਕਟ ਉਹ ਕਿਵੇਂ ਲਿਖਿਆ ਜਾਂਦਾ ਹੈ, ਇਨ ਬਲੌਕ ਲੈਟਰਸ, ਬਿਲਕੁਲ ਪਹਿਲਾਂ ਹੀ ਕਰੈਕਟ ਹੈ, ਬਲੌਕ ਲੈਟਰਸ ਯਾਨੀ ਕਿ ਕੈਪੀਟਲ ਲੈਟਰਸ ਵੀ ਕਹਿ ਸਕਦੇ ਹਾਂ, ਬਲੌਕ ਲੈਟਰਸ ਵੀ ਕਹਿ ਸਕਦੇ ਹਾਂ, ਦੋਨੋਂ ਟਰਮ ਨੇ, ਯਾਦ ਰੱਖਿਓ। ਪਰ ਜੇ ਹੋਵੇ ਨਾ ਬੋਲਡ ਲੈਟਰਸ, ਬੋਲਡ ਆਨਸਰ ਗਲਤ ਹੋਊਗਾ, ਬੋਲਡ ਸਹੀ ਨਹੀਂ ਹੋਊਗਾ, ਠੀਕ ਹੈ। ਵੇਅਰ ਇਜ਼ ਦਾ ਸਿਗਨੇਚਰ ਆਫ ਹੈਡ ਬੋਏ ਐਂਡ ਗਰਲ ਇਨ ਨੋਟਿਸ, ਠੀਕ ਹੈ, ਇਸ ਦਾ ਆਨਸਰ ਬੇਟਾ ਹੈਗਾ ਆਪਣੇ ਕੋਲ ਨੋ ਨੀਡ ਟੂ ਸਾਈਨ, ਨਹੀਂ ਇਹ ਜੋ ਹੈ ਗਲਤ ਹੈ, ਇਸ ਦਾ ਆਨਸਰ ਵਿੱਚ ਹੈਗਾ ਸਾਈਨ ਦਾ ਆਪਾਂ ਨੇ ਕੀਤਾ ਸੀਗਾ ਐਟ ਦੀ ਐਂਡ, ਇਹ ਆਨਸਰ ਕਰੈਕਟ ਹੈ ਇਸ ਦਾ, ਠੀਕ ਹੈ। ਇੱਥੇ ਤੁਸੀਂ ਜੋ ਹੈ ਟਿਕ ਕਰ ਲਓ। ਦੇਖੋ ਹੁਣ ਅੱਗੇ ਕਰਦੇ ਹਾਂ ਆਪਾਂ, ਹਾਂਜੀ ਬੇਟਾ ਨੈਕਸਟ ਦੇਖਾਂਗੇ ਆਪਾਂ। ਦੇਖੋ ਹੁਣ ਇੱਥੇ ਧਿਆਨ ਰੱਖੋ, ਬੀ ਆਪਸ਼ਨ ਬੇਟਾ ਕਰੈਕਟ ਹੈ, ਇਹ ਜੋ ਹੈ ਸਹੀ ਨਹੀਂ ਹੈ, ਇਹ ਗਲਤੀ ਨਾਲ ਇੱਥੇ ਜੋ ਹੈ ਲਿਖਿਆ ਗਿਆ ਬੇਟਾ, ਇਹ ਸਹੀ ਨਹੀਂ ਹੈਗਾ, ਇਹ ਸਹੀ ਹੈ ਕਿਉਂਕਿ ਸਿਗਨੇਚਰ ਤਾਂ ਕਰਨੇ ਨੇ, ਠੀਕ ਹੈ। ਕਿੱਥੇ ਹੋਣਗੇ, ਐਟ ਦੀ ਐਂਡ ਹੋਣਗੇ, ਆਪਾਂ ਕਰ ਚੁੱਕੇ ਪਹਿਲਾਂ ਥਿਊਰੀ ਸੈਕਸ਼ਨ ਦੇ ਵਿੱਚ, ਠੀਕ ਹੈ ਨਾ। ਅਗਲਾ ਕੁਐਸਚਨ ਦੇਖੋ, ਵੇਅਰ ਇਜ਼ ਦਾ ਸਿਗਨੇਚਰ ਪਲੇਸਡ ਇਨ ਅ ਨੋਟਿਸ, ਆ ਕੁਐਸਚਨ ਆ ਗਿਆ ਦੇਖ ਅੱਗੇ, ਇਸ ਤਰ੍ਹਾਂ ਵੀ ਆ ਸਕਦਾ, ਜੇ ਤਾਂ ਆਪਸ਼ਨ ਬੇਟਾ ਇਸ ਤਰ੍ਹਾਂ ਹੋਇਆ ਸਿੱਧਾ ਤਾਂ ਐਟ ਦੀ ਐਂਡ ਆਨਸਰ ਹੋਊਗਾ, ਇਹ ਪੁੱਛ ਲੈਣਗੇ ਸ਼ੁਰੂ 'ਚ ਹੋਣਗੇ, ਬਿਗਨਿੰਗ 'ਚ ਹੋਣਗੇ, ਐਂਡ 'ਤੇ ਹੋਣਗੇ ਜਾਂ ਮਿਡਲ 'ਚ ਹੋਣਗੇ। ਜਦੋਂ ਇਸ ਤਰ੍ਹਾਂ ਦਾ ਪੁੱਛਿਆ ਗਿਆ ਤਾਂ ਆਪਾਂ ਕਹਿੰਦੇ ਵੀ ਐਂਡ 'ਤੇ ਹੋਣਗੇ, ਪਰ ਇੱਥੇ ਬਿਲਕੁਲ ਸਪੈਸੀਫਿਕ ਕੁਐਸਚਨ ਪੁੱਛ ਲਿਆ, ਵੇਅਰ ਇਜ਼ ਸਿਗਨੇਚਰ ਪਲੇਸਡ ਇਨ ਅ ਨੋਟਿਸ, ਸਿਗਨੇਚਰ ਕਿੱਥੇ ਹੋਣਗੇ, ਅਬਵ ਦੀ ਨੇਮ ਆਫ ਦਾ ਰਾਈਟਰ, ਠੀਕ ਹੈ, ਰਾਈਟਰ ਦੇ ਨਾਮ ਤੋਂ ਉੱਪਰ ਹੋਣਗੇ, ਬਿਲੋ ਦਾ ਨੇਮ ਆਫ ਦਾ ਰਾਈਟਰ, ਰਾਈਟਰ ਦੇ ਨਾਮ ਤੋਂ ਹੇਠਾਂ ਹੋਣਗੇ, ਅਬਵ ਦਾ ਬੋਡੀ ਆਫ ਦਾ ਨੋਟਿਸ, ਨੋਟਿਸ ਦੀ ਜਿਹੜੀ ਬੋਡੀ ਹੈ ਉਸ ਤੋਂ ਉੱਪਰ ਹੋਣਗੇ, ਨਨ ਆਫ ਦੀ ਜਿਨ੍ਹਾਂ ਵਿੱਚੋਂ ਕੋਈ ਨਹੀਂ। ਸੋ ਇਹਦਾ ਆਨਸਰ ਬੇਟਾ ਕੀ ਬਣ ਗਿਆ, ਇਹ ਆ ਗਿਆ ਅਬਵ ਦੀ ਨੇਮ ਆਫ ਦਾ ਰਾਈਟਰ, ਆਪਾਂ ਕੀਤਾ ਹੈ ਪਹਿਲਾਂ, ਠੀਕ ਹੈ, ਕਿਉਂਕਿ ਉਸਨੇ ਦੇਖੋ ਪਹਿਲਾਂ ਸਿਗਨੇਚਰ ਕਰਨੇ ਸੀ ਉੱਪਰ, ਸਿਗਨੇਚਰ ਤੋਂ ਬਾਅਦ ਨੇਮ ਲਿਖਣਾ, ਬਲੌਕ ਲੈਟਰਸ ਦੇ ਵਿੱਚ ਲਿਖਣਾ ਹੈ, ਠੀਕ ਹੈ। ਤਾਂ ਕਿੱਥੇ ਹੋ ਗਏ, ਬਿਲੋ ਦਾ ਨੇਮ ਆਫ ਦਾ ਰਾਈਟਰ, ਲੇਖਕ ਦੇ ਨਾਮ ਤੋਂ, ਠੀਕ ਹੈ, ਉੱਪਰ, ਸੌਰੀ ਬਿਲੋ ਨਹੀਂ, ਅਬਵ ਹੋਣਗੇ ਸਿਗਨੇਚਰ, ਨੇਮ ਹੇਠਾਂ ਹੋਊਗਾ, ਠੀਕ ਹੈ। ਅੱਗੇ ਦੇਖੋ, ਵਿਚ ਆਫ ਦਾ ਫਲੋਇੰਗ ਇਜ਼ ਨੋਟ ਅ ਪਾਰਟ ਆਫ ਅ ਨੋਟਿਸ, ਇਹਨਾਂ ਵਿੱਚੋਂ ਕਿਹੜਾ ਹੈ ਜੋ ਨੋਟਿਸ ਦਾ ਪਾਰਟ ਨਹੀਂ ਹੈ, ਠੀਕ ਹੈ। ਸੈਲੂਟੇਸ਼ਨ ਹੈ ਬੇਟਾ, ਸੈਲੂਟੇਸ਼ਨ ਇਸ ਦਾ ਪਾਰਟ ਨਹੀਂ ਹੈ, ਠੀਕ ਹੈ। ਸਬਜੈਕਟ ਵੀ ਹੁੰਦਾ ਇਸ ਦੇ ਵਿੱਚ, ਡੇਟ ਵੀ ਹੁੰਦੀ ਹੈ, ਸਿਗਨੇਚਰ ਵੀ ਹੁੰਦੇ ਨੇ, ਠੀਕ ਹੈ। ਅਗਲਾ ਕੁਐਸਚਨ ਦੇਖੋ, ਵਟ ਇਜ਼ ਨੋਟ ਐਡਿਡ ਇਨ ਅ ਨੋਟਿਸ ਬੀਅਰਿੰਗ ਫਾਊਂਡ ਟਾਈਟਲ, ਜਿਹੜਾ ਨੋਟਿਸ ਫਾਊਂਡ ਵਾਲਾ ਹੈ, ਠੀਕ ਹੈ, ਕੋਈ ਚੀਜ਼ ਲੱਭੀ ਹੈ ਉਹ ਨੋਟਿਸ ਲਿਖਣਾ, ਉਸ ਦੇ ਵਿੱਚ ਕਿਹੜੀ ਚੀਜ਼ ਨਹੀਂ ਹੁੰਦੀ। ਲਿਟਲ ਡੈਸਕ੍ਰਿਪਸ਼ਨ ਆਫ ਥਿੰਗ ਆਬਜੈਕਟ ਫਾਊਂਡ, ਵੀ ਜੋ ਚੀਜ਼ ਲੱਭੀ ਹੈ, ਠੀਕ ਹੈ, ਉਸ ਦੀ ਥੋੜ੍ਹੀ ਬਹੁਤ ਵਿਆਖਿਆ ਹੁੰਦੀ ਹੈ, ਲਿਟਲ ਡੈਸਕ੍ਰਿਪਸ਼ਨ ਹੁੰਦੀ ਹੈ ਥੋੜ੍ਹੀ ਜਿਹੀ ਵਿਆਖਿਆ ਤਾਂ ਹੁੰਦੀ ਹੈ। ਐਂਟਾਇਰ ਡਿਸਕ੍ਰਿਪਸ਼ਨ ਇਹ ਨਹੀਂ ਹੁੰਦੀ, ਸਾਰਾ ਕੁਛ ਆਪਾਂ ਉਸ ਚੀਜ਼ ਬਾਰੇ ਨਹੀਂ ਦੱਸਾਂਗੇ ਜਿਹੜੀ ਆਪਾਂ ਨੂੰ ਲੱਭੀ ਹੈ। ਮੰਨ ਲਓ ਤੁਹਾਨੂੰ ਜੋ ਹੈ ਕੋਈ ਕਿਸੇ ਦਾ ਨਾ ਵੋਲਟ ਲੱਭ ਗਿਆ, ਹੁਣ ਤੁਸੀਂ ਜੇ ਨੋਟਿਸ ਦੇ ਵਿੱਚ ਵੋਲਟ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਮਿਲੀਆਂ ਨੇ ਸਾਰੀਆਂ ਲਿਖ ਦੋਗੇ ਤਾਂ ਤੁਹਾਡੇ ਕੋਲ ਤਾਂ 50 ਬੰਦੇ ਆ ਜਾਣਗੇ, ਉਹ ਕਹਿਣਗੇ ਮੇਰਾ ਜੀ ਮੇਰਾ, ਐਵੇਂ ਤਾਂ ਫਿਰ ਆਪਾਂ ਉਹਦਾ ਡਿਸੀਜਨ ਨਹੀਂ ਕਰ ਪਾਵਾਂਗੇ ਵੀ ਐਕਚੁਅਲ ਓਨਰ ਕੌਣ ਹੈ ਉਸ ਚੀਜ਼ ਦਾ, ਹੈ ਨਾ। ਸੋ ਇਸ ਕਰਕੇ ਆਪਾਂ ਨੇ ਉਸ ਦੇ ਵਿੱਚ ਡਿਸਕ੍ਰਿਪਸ਼ਨ ਦੇਣੀ ਹੈ, ਪਰ ਕਿੰਨਾ ਕੁ ਦੇਣੀ ਹੈ, ਬਹੁਤ ਘੱਟ ਡਿਸਕ੍ਰਿਪਸ਼ਨ ਦੇਣੀ ਹੈ ਫਾਊਂਡ ਵਾਲੇ 'ਚ, ਠੀਕ ਹੈ, ਇਹ ਧਿਆਨ ਰੱਖਣੀ ਹੈ ਗੱਲ।
ਉਸ ਤੋਂ ਬਾਅਦ ਅੱਗੇ ਦੇਖੋ ਵਟ ਕੈਨ ਬੀ ਐਡਿਡ ਇਨ ਨੋਟਿਸ ਬੀਅਰਿੰਗ ਲੋਸਟ ਟਾਈਟਲ, ਲੋਸਟ ਵਾਲਾ, ਠੀਕ ਹੈ, ਉਸ ਦੇ ਵਿੱਚ ਆਪਾਂ ਕੀ ਚੀਜ਼ ਹੋ ਸਕਦੀ ਹੈ, ਕੀ ਲਿਖਿਆ ਜਾ ਸਕਦਾ ਹੈ, ਰਿਵੋਰਡ ਟੂ ਦਾ ਵਨ ਹੂ ਹੈਜ਼ ਲੋਸਟ ਦਾ ਆਬਜੈਕਟ, ਜਿਸ ਦੀ ਚੀਜ਼ ਗਵਾਚੀ ਹੈ ਉਸ ਨੂੰ ਇਨਾਮ ਦਿੱਤਾ ਜਾਊਗਾ। ਰਿਵੋਰਡ ਟੂ ਦਾ ਵਨ ਹੂ ਹੈਜ਼ ਫਾਊਂਡ ਦਾ ਆਬਜੈਕਟ, ਜਿਸ ਨੂੰ ਚੀਜ਼ ਲੱਭੀ ਹੈ ਉਸ ਨੂੰ ਇਨਾਮ ਦਿੱਤਾ ਜਾਊਗਾ, ਠੀਕ ਹੈ। ਰਿਵੋਰਡ ਟੂ ਦਾ ਵਨ ਹੂ ਹੈਜ਼ ਰਿਟਨ ਦਾ ਨੋਟਿਸ, ਜਿਸ ਨੇ ਨੋਟਿਸ ਲਿਖਿਆ ਉਸ ਨੂੰ ਇਨਾਮ ਦਿੱਤਾ ਜਾਊਗਾ। ਆਲ ਆਫ ਦੀ ਜੇ ਸਾਰੇ ਨੋ, ਆਂਸਰ ਕੀ ਹੋ ਗਿਆ, ਰਿਵੋਰਡ ਦਿੱਤਾ ਜਾਊਗਾ, ਕਿਸ ਨੂੰ ਦਿੱਤਾ ਜਾਊਗਾ ਬੇਟਾ, ਰਿਵੋਰਡ ਟੂ ਦਾ ਵਨ ਹੂ ਹੈਜ਼ ਫਾਊਂਡ ਦਾ ਆਬਜੈਕਟ, ਜਿਸ ਨੂੰ ਚੀਜ਼ ਲੱਭੀ ਹੈ ਉਸ ਨੂੰ ਆਪਾਂ ਲਾਲਚ ਦੇਵਾਂਗੇ, ਇਨਾਮ ਦਾ ਕਹਾਂਗੇ, ਨੋਟਿਸ ਵਿੱਚ ਲਿਖਾਂਗੇ ਵੀ ਜੇ ਜਿਸ ਨੂੰ ਮੇਰੀ ਆਹ ਚੀਜ਼ ਲੱਭਦੀ ਹੈ ਤਾਂ ਉਹ ਮੈਨੂੰ ਵਾਪਸ ਕਰ ਦਿਓ, ਮੈਂ ਉਹਨਾਂ ਨੂੰ ਜੋ ਉਸ ਦੀ ਪਾਰਟੀ ਵਗੈਰਾ ਕਰੂੰਗਾ ਉਹਨਾਂ ਨੂੰ ਇਨਾਮ ਜ਼ਰੂਰ ਦਊਂਗਾ, ਠੀਕ ਹੈ। ਚਲੋ ਅੱਗੇ, ਵਟ ਇਜ਼ ਸੁਡੋਨਿਮ ਇਨ ਨੋਟਿਸ ਰਾਈਟਿੰਗ, ਇੱਕ ਸਪੈਸ਼ਲ ਟਰਮ ਹੈ ਬੇਟਾ ਸੁਡੋਨਿਮ, ਇਸ ਦਾ ਮੀਨਿੰਗ ਹੈ ਕਿਸੇ ਦਾ ਕਾਲਪਨਿਕ ਨਾਮ ਲਿਖ ਦੇਣਾ। ਕਈ ਵਾਰੀ ਐਕਚੁਅਲ ਨਾਮ ਬੰਦਾ ਲਿਖਣਾ ਨਹੀਂ ਚਾਹੁੰਦਾ ਤਾਂ ਉੱਥੇ ਆਪਾਂ ਉਸਦਾ ਨਾ ਰੀਅਲ ਨੇਮ ਦੀ ਬਜਾਏ ਨਾ ਫਿਕਸ਼ੀਅਸ ਨੇਮ ਹੁੰਦਾ, ਫਿਕਸ਼ੀਅਸ ਮਤਲਬ ਕਾਲਪਨਿਕ ਨਾਮ ਲਿਖ ਦਿੰਦਾ ਹੈ। ਇਹ ਆਨਸਰ ਹੈ ਇਸਦਾ ਮੀਨਿੰਗ ਇਹੀ ਹੈ, ਠੀਕ ਹੈ, ਸੁਡੋਨਿਮ ਦਾ। ਅੱਗੇ ਦੇਖੋ, ਵਟ ਇਜ਼ ਦਾ ਚੀਫ ਪਰਪਜ਼ ਆਫ ਨੋਟਿਸ ਰਾਈਟਿੰਗ, ਨੋਟਿਸ ਰਾਈਟਿੰਗ ਦਾ ਮੁੱਖ ਉਦੇਸ਼ ਕੀ ਹੈ ਬੇਟਾ, ਨੋਟਿਸ ਕਿਉਂ ਲਿਖਦੇ ਆ ਆਪਾਂ, ਟੂ ਇਨਫੋਰਮ ਅਦਰਸ, ਦੂਜਿਆਂ ਨੂੰ ਸੂਚਿਤ ਕਰਨ ਵਾਸਤੇ, ਇਹ ਕਰੈਕਟ ਆਨਸਰ ਹੈ। ਅੱਗੇ ਦੇਖੋ, ਇਜ਼ ਇਟ ਨੈਸੈਸਰੀ ਟੂ ਆਲਵੇਜ਼ ਕੀਪ ਦਾ ਨੋਟਿਸ ਇਨ ਅ ਬਾਕਸ, ਕੀ ਇਹ ਜ਼ਰੂਰੀ ਹੈ ਕਿ ਨੋਟਿਸ ਨੂੰ ਹਮੇਸ਼ਾ ਬਾਕਸ ਵਿੱਚ ਹੀ ਲਿਖਿਆ ਜਾਣਾ ਦਾ, ਠੀਕ ਹੈ, ਬਿਲਕੁਲ ਜ਼ਰੂਰੀ ਹੈ। ਇਟ ਸ਼ੁੱਡ ਆਲਵੇਜ਼ ਬੀ ਪੁੱਟ ਇਨ ਅ ਬਾਕਸ, ਹਮੇਸ਼ਾ ਬਾਕਸ ਦੇ ਵਿੱਚ ਇਸ ਨੂੰ ਲਿਖਣਾ ਚਾਹੀਦਾ ਹੈ। ਅਗਲਾ ਕੁਐਸਚਨ ਦੇਖੋ, ਵਿਚ ਆਫ ਫਲੋਇੰਗ ਕੁਐਸਚਨ ਸ਼ੁੱਡ ਬੀ ਆਨਸਰਡ ਵਾਈਲ ਰਾਈਟਿੰਗ ਅ ਨੋਟਿਸ, ਨੋਟਿਸ ਲਿਖਦੇ ਸਮੇਂ, ਠੀਕ ਹੈ, ਇਹਨਾਂ ਵਿੱਚੋਂ ਕਿਹੜੇ ਸਵਾਲਾਂ ਦੇ ਜਵਾਬ ਮਿਲ ਜਾਣੇ ਚਾਹੀਦੇ ਨੇ, ਕਿਹੜੇ ਸਵਾਲਾਂ ਦੇ ਜਵਾਬ ਮਿਲ ਜਾਣੇ ਚਾਹੀਦੇ ਨੇ, what is going to happen, ਕੀ ਹੋਣ ਜਾ ਰਿਹਾ ਹੈ, ਬਿਲਕੁਲ ਮਿਲਣਾ ਚਾਹੀਦਾ ਇਸਦਾ ਜਵਾਬ। when and where is it going to happen, ਇਹ ਕਦੋਂ ਅਤੇ ਕਿੱਥੇ ਹੋਣ ਜਾ ਰਿਹਾ, ਇਸ ਦਾ ਜਵਾਬ ਵੀ ਮਿਲਣਾ ਚਾਹੀਦਾ ਹੈ। we can apply or eligible for it and whom to contact, ਅਸੀਂ ਕੌਣ who can apply, ਕੌਣ ਅਪਲਾਈ ਕਰ ਸਕਦਾ ਹੈ ਜਾਂ ਕੌਣ ਇਸ ਚੀਜ਼ ਲਈ ਐਲੀਜੀਬਲ ਹੈ ਅਤੇ ਕਿਸ ਨੂੰ ਸੰਪਰਕ ਕੀਤਾ ਜਾਣਾ ਚਾਹੀਦਾ ਹੈ, ਇਹ ਸਾਰੇ ਸਵਾਲਾਂ ਦੇ ਜਵਾਬ ਨੋਟਿਸ ਵਿੱਚ ਮਿਲਣੇ ਚਾਹੀਦੇ ਨੇ। ਸੋ ਆਨਸਰ ਹੋ ਗਿਆ ਬੇਟਾ ਆਲ ਆਫ ਦੀਜ, ਕੀ ਆਨਸਰ ਹੋ ਗਿਆ, ਆਲ ਆਫ ਦੀਜ। ਓਕੇ, ਨੈਕਸਟ ਦੇਖੋ, ਵਿਚ ਆਫ ਦੀਜ਼ ਇਜ਼ ਦੀ ਰਾਈਟ ਫਾਰਮੈਟ ਆਫ ਰਾਈਟਿੰਗ ਦ ਡੇਟ ਇਨ ਅ ਨੋਟਿਸ, ਰਾਈਟ ਤਰੀਕਾ ਕੀ ਹੈ ਡੇਟ ਨੋਟਿਸ ਦੇ ਵਿੱਚ ਡੇਟ ਲਿਖਣ ਦਾ, ਭਾਵੇਂ ਇਹ ਨੋਟਿਸ ਹੋਵੇ ਜਾਂ ਹੋਰ ਵੀ ਕੋਈ ਤੁਸੀਂ ਲਿਖਦੇ ਹੋ ਨਾ, ਲੈਟਰ ਵੀ ਲਿਖਦੇ ਹਾਂ ਆਪਾਂ, ਤਾਂ ਬੇਟਾ ਇਹ ਧਿਆਨ ਰੱਖਣਾ ਜੋ ਡੇਟ ਲਿਖਣ ਦਾ ਤਰੀਕਾ ਹੈ ਉਹ ਇਹੀ ਹੈ, ਐਵੇਂ, ਠੀਕ ਹੈ। ਇਹ ਪਹਿਲਾਂ ਓਬਲੀਕ ਕਰਕੇ ਆਪਾਂ ਲਿਖਦੇ ਹਾਂ, ਇਹ ਰੋਂਗ ਹੈ, ਬਿਲਕੁਲ ਗਲਤ ਹੈ, ਠੀਕ ਹੈ। ਇਸ ਤਰ੍ਹਾਂ ਲਿਖਦੇ ਹਾਂ ਆਪਾਂ, ਇਸ ਤਰ੍ਹਾਂ ਹਾਈਫਨ ਲਗਾ ਕੇ, ਇਹ ਵੀ ਗਲਤ ਹੈ, ਇਹ ਦੋਨੋਂ ਤਰੀਕੇ ਗਲਤ ਨੇ। ਇਹ ਵਾਲਾ ਠੀਕ ਹੈ, ਇਹ ਫਾਰਮੈਟ ਜੋ ਹੈ ਸਹੀ ਹੈ, ਇਹ ਵਾਲਾ, ਦਿਸ ਵਨ ਕਿਹੜਾ ਠੀਕ ਹੈ ਬੇਟਾ, ਇਹ ਵਾਲਾ, ਇਸ ਤਰ੍ਹਾਂ ਦੂਜਾ ਯਾਨੀ ਕਿ ਆਪਸ਼ਨ ਬੀ ਆਪਸ਼ਨ ਜੋ ਹੈ ਕਰੈਕਟ ਆਪਸ਼ਨ ਹੈ ਬੇਟਾ, ਠੀਕ ਹੈ। ਇਸ ਤਰ੍ਹਾਂ ਲਿਖਣਾ ਆਪਾਂ ਨੇ, ਜਾਂ ਮਹੀਨੇ ਦਾ ਨਾਮ ਪਹਿਲਾਂ ਲਿਖ ਲਓ ਅਤੇ ਆਹ ਜੋ ਹੈ 23 ਦੀ ਬਜਾਏ ਫਿਰ ਆਪਾਂ ਓਨਲੀ 23 ਲਿਖਾਂਗੇ, ਮਹੀਨੇ ਦਾ ਨਾਮ ਪਹਿਲਾਂ ਵੀ ਲਿਖਿਆ ਜਾ ਸਕਦਾ, ਦੋਨੋਂ ਫਾਰਮੈਟ ਠੀਕ ਹੋਣਗੇ, ਪਰ ਨਾਮ ਪੂਰਾ ਲਿਖਣਾ ਇਸ ਤਰ੍ਹਾਂ ਨਹੀਂ ਚੱਲੂਗਾ, ਠੀਕ ਹੈ, ਯਾਦ ਰੱਖਿਓ। ਵਿਚ ਆਫ ਦਾ ਫਲੋਇੰਗ ਪ੍ਰੋਨਾਊਨ ਮਸਟ ਬੀ ਅਵੋਇਡਡ ਇਨ ਨੋਟਿਸ ਆਫ ਈਵੈਂਟ ਵਾਲੇ ਨੋਟਿਸ ਦੇ ਵਿੱਚ ਕਿਹੜੀ ਚੀਜ਼ ਜੋ ਹੈ ਆਪਾਂ ਨੇ ਅਵੋਇਡ ਕਰਨੀ ਹੈ, ਕਿਹੜੇ ਪ੍ਰੋਨਾਊਨ, ਸਰਵਨਾਮ ਜਾਂ ਪੜਨਾਮ ਆਪਾਂ ਪੰਜਾਬੀ 'ਚ ਕਹਿੰਦੇ, ਹਿੰਦੀ 'ਚ ਸਰਵਨਾਮ ਕਹਿੰਦੇ, ਕਿਹੜੇ ਅਵੋਇਡ ਕਰਨੇ, ਕਿਹੜੀ ਚੀਜ਼ ਨਹੀਂ ਲਿਖ, ਆਪਾਂ ਡਿਸਕਸ ਕੀਤਾ ਸੀ। ਦੇਖੋ ਵੀ ਕਿ ਜੋ ਨੋਟਿਸ ਹੈ ਉਹ ਇੰਪਰਸਨਲ ਹੋਣਾ ਚਾਹੀਦਾ ਹੈ, ਇੰਪਰਸਨਲ, ਯਾਨੀ ਕਿ ਉਹਦੇ 'ਚ ਆਪਾਂ ਕੀ ਨਹੀਂ ਲਿਖ ਸਕਦੇ, ਵੀ ਨਹੀਂ ਲਿਖ ਸਕਦੇ, ਯੂ ਨਹੀਂ ਲਿਖ ਸਕਦੇ, ਯਾਨੀ ਕਿ ਬੋਥ ਏ ਐਂਡ ਬੀ ਜੋ ਹੈ ਕੁਐਸਚਨ ਇਸਦਾ ਆਪਸ਼ਨ ਜੋ ਹੈ ਠੀਕ ਹੈ, ਇਹ ਆਈ ਅਤੇ ਯੂ, ਵੀ ਇੱਕ ਪ੍ਰੋਨਾਊਨ ਹੈ, WE ਉਹ ਵੀ ਨਹੀਂ ਲਿਖ ਸਕਦੇ ਆਪਾਂ ਇੱਥੇ। ਫਸਟ ਪਰਸਨ ਅਤੇ ਸੈਕੰਡ ਪਰਸਨ ਪ੍ਰੋਨਾਊਨ ਨੂੰ ਨਹੀਂ ਲਿਖਿਆ ਜਾ ਸਕਦਾ ਕਿਉਂਕਿ ਨੋਟਿਸ ਜੋ ਹੈ ਹਮੇਸ਼ਾ ਇੰਪਰਸਨਲ ਹੁੰਦਾ ਹੈ, ਠੀਕ ਹੈ। ਅੱਗੇ ਦੇਖੋ, ਨੋਟਿਸ ਇਜ਼ ਰਿਟਨ ਫॉर, ਨੋਟਿਸ ਕਿਸ ਲਈ ਲਿਖਿਆ ਜਾਂਦਾ ਹੈ, ਐਨ ਈਵੈਂਟ ਔਰ ਪ੍ਰੋਗਰਾਮ, ਕੋਈ ਪ੍ਰੋਗਰਾਮ ਹੈ, ਈਵੈਂਟ ਹੈ ਉਸ ਲਈ ਲਿਖਦੇ ਹਾਂ। ਫॉर ਏ ਲੋਸਟ ਆਬਜੈਕਟ, ਕੋਈ ਚੀਜ਼ ਗਵਾ ਜੇ ਉਸ ਲਈ ਵੀ ਲਿਖਦੇ ਹਾਂ। ਫॉर ਏ ਫਾਊਂਡ ਆਬਜੈਕਟ, ਕੋਈ ਚੀਜ਼ ਲੱਭ ਜੇ ਉਸ ਲਈ ਵੀ ਲਿਖਦੇ ਹਾਂ, ਬਿਲਕੁਲ ਲਿਖਦੇ ਹਾਂ। ਆਲ ਆਫ ਦੀਜ ਆਨਸਰ ਹੋ ਗਿਆ ਇਸਦਾ ਬੇਟਾ, ਠੀਕ ਹੈ। ਦ ਵਰਡ ਨੋਟਿਸ ਇਜ਼ ਰਿਟਨ ਇਨ, ਜਿਹੜਾ ਵਰਡ ਨੋਟਿਸ ਸ਼ਬਦ ਲਿਖਣਾ ਆਪਾਂ ਨੇ ਉਹ ਕਿਵੇਂ ਲਿਖਿਆ ਜਾਣਾ ਚਾਹੀਦਾ ਹੈ, ਸਕ੍ਰਿਬਲਡ ਲੈਟਰਸ ਦੇ ਵਿੱਚ, ਬਲੌਕ ਲੈਟਰ ਆਪਾਂ ਕਰ ਚੁੱਕੇ ਹਾਂ ਪਹਿਲਾਂ, ਦੇਖੋ ਬਲੌਕ ਲੈਟਰਸ ਦੇ ਵਿੱਚ ਇਸਦਾ ਆਨਸਰ ਹੈ ਬੇਟਾ। ਇੱਥੇ ਕੈਪੀਟਲ ਵੀ ਲਿਖਿਆ ਜਾ ਸਕਦਾ ਹੈ, ਬਲੌਕ ਵੀ ਲਿਖਿਆ ਜਾ ਸਕਦਾ, ਯਾਦ ਰੱਖਿਓ। ਵੇਅਰ ਇਜ਼ ਦਾ ਨੋਟਿਸ ਪੁੱਟ ਅਪ ਇਨ ਅ ਸਕੂਲ, ਸਕੂਲ ਦੇ ਵਿੱਚ ਨੋਟਿਸ ਕਿੱਥੇ ਜੋ ਹੈ ਲਗਾਇਆ ਜਾਂਦਾ ਹੈ, ਔਨ ਦਾ ਸਟੇਜ, ਕੈਮਿਸਟਰੀ ਲੈਬ, ਸਕਰੀਨ, ਔਨ ਦਾ ਕੰਪਿਊਟਰ ਇਨ ਲੈਬ, ਔਨ ਨੋਟਿਸ ਬੋਰਡ, ਕਾਮਨ ਜਾਂ ਕੁਐਸਚਨ ਨੋਟਿਸ ਬੋਰਡ 'ਤੇ ਹੀ ਨੋਟਿਸ ਲੱਗਦਾ ਹੁੰਦਾ ਹੈ, ਠੀਕ ਹੈ। ਔਨ ਵਿਚ ਪੈਰਾਮੀਟਰ ਜੇ ਨੋਟਿਸ ਅਸੈਸਡ, ਕਿਹੜੇ ਪੈਰਾਮੀਟਰਸ 'ਤੇ ਆਪਾਂ ਜੋ ਨੋਟਿਸ ਨੂੰ ਜੱਜ ਕਰਦੇ ਹਾਂ, ਉਸ ਦੀ ਜਾਂਚ ਪੜਤਾਲ ਕਰਦੇ ਹਾਂ ਵੀ ਠੀਕ ਹੈ ਕਿ ਨਹੀਂ, ਉਸ ਦਾ ਆਪਾਂ ਫਾਰਮੈਟ ਵੀ ਦੇਖਦੇ ਹਾਂ, ਬਿਲਕੁਲ ਦੇਖਦੇ ਹਾਂ, ਐਕਸਪ੍ਰੈਸ਼ਨ ਵੀ ਦੇਖਦੇ ਹਾਂ ਕਿਵੇਂ ਲਿਖਿਆ ਹੋਇਆ ਹੈ, ਕੰਟੈਂਟ ਵੀ ਦੇਖਦੇ ਹਾਂ ਵੀ ਲਿਖਿਆ ਕੀ ਹੋਇਆ ਹੈ, ਇਹ ਸਾਰਾ ਕੁਝ ਠੀਕ ਹੈ। ਇਹ ਸਾਰੇ ਪੈਰਾਮੀਟਰਸ ਆਪਾਂ ਇਹਨਾਂ 'ਤੇ ਹੀ ਜੋ ਹੈ ਨੋਟਿਸ ਨੂੰ ਉਸਦੀ ਅਸੈਸ ਕਰਦੇ ਹਾਂ, ਉਸਦੀ ਜੱਜਮੈਂਟ ਕਰਦੇ ਹਾਂ ਨੋਟਿਸ ਦੀ, ਠੀਕ ਹੈ। ਸਾਰੇ ਯਾਨੀ ਕਿ ਆਲ ਆਫ ਦੀਜ ਆਪਸ਼ਨ ਆ ਗਿਆ। ਵੇਅਰ ਇਜ਼ ਦ ਵਰਡ ਨੋਟਿਸ ਪਲੇਸਡ, ਨੋਟਿਸ ਜਿਹੜਾ ਸ਼ਬਦ ਹੈ ਬੇਟਾ ਉਹ ਕਿੱਥੇ ਲਿਖਿਆ ਜਾਣਾ ਚਾਹੀਦਾ ਹੈ, ਜਦੋਂ ਆਪਾਂ ਨੋਟਿਸ ਲਿਖਦੇ ਹਾਂ ਤਾਂ ਇਹ ਸ਼ਬਦ ਕਿੱਥੇ ਲਿਖਦੇ ਹਾਂ, ਠੀਕ ਹੈ। ਇਹ ਲਿਖਦੇ ਹਾਂ ਆਪਾਂ ਬਿਲੋ ਦ ਨੇਮ ਆਫ ਦਾ ਇੰਸਟੀਟਿਊਸ਼ਨ,
ਆਪਾਂ ਕੀਤਾ ਪਹਿਲੇ ਥਿਊਰੀ ਸੈਕਸ਼ਨ ਦੇ ਵਿੱਚ ਕਿ ਬਾਕਸ ਲਗਾ ਕੇ ਬਾਕਸ ਦੇ ਵਿੱਚ ਔਨ ਦਾ ਟੌਪ ਬਿਲਕੁਲ ਟੌਪ ਤੇ ਇੱਥੇ ਸਿਰੇ ਤੇ ਆਪਾਂ ਕੀ ਲਿਖਦੇ ਹਾਂ ਇੰਸਟੀਟਿਊਸ਼ਨ ਦਾ ਨਾਮ ਲਿਖਦੇ ਹਾਂ ਤੇ ਉਸ ਤੋਂ ਹੇਠਾਂ ਫਿਰ ਆਪਾਂ ਜੋ ਨੋਟਿਸ ਸ਼ਬਦ ਲਿਖਣਾ ਬਲੌਕ ਲੈਟਰਸ ਦੇ ਵਿੱਚ ਲਿਖਣਾ ਹੁੰਦਾ ਠੀਕ ਹੈ। ਅੱਗੇ ਦੇਖੋ ਵਟ ਇਫ ਦਾ ਨੇਮ ਆਫ ਦਾ ਇਸ਼ੂਇੰਗ ਅਥਾਰਟੀ ਇਜ਼ ਨੋਟ ਗਿਵਨ, ਜੇਕਰ ਇਸ਼ੂਇੰਗ ਅਥਾਰਟੀ ਦਾ ਨਾਮ ਦਿੱਤਾ ਨਹੀਂ ਹੋਇਆ ਠੀਕ ਹੈ ਸਟੇਟਮੈਂਟ ਦੇ ਵਿੱਚ ਤਾਂ ਕੀ ਕਰਨਾ ਚਾਹੀਦਾ ਆਪਾਂ ਨੂੰ, ਉੱਥੇ ਫਿਰ ਆਪਾਂ ਨੂੰ ਜੋ ਹੈ ABC ਜੋ ਹੈ ਐਵੇਂ ਲਿਖ ਦੇਣਾ ਚਾਹੀਦਾ ਹੈ ਠੀਕ ਹੈ। ਰਾਈਟ ABC ਐਜ਼ ਦਾ ਨੇਮ ਆਫ ਇੰਸਟੀਟਿਊਸ਼ਨ ਦੇ ਨਾਮ ਦੀ ਥਾਂ ਤੇ ਆਪਾਂ ABC ਐਵੇਂ ਲਿਖ ਦਾਂਗੇ ਫਿਰ ਠੀਕ ਹੈ। ਵਿਚ ਆਫ ਦਾ ਫਲੋਇੰਗ ਥਿੰਗਸ ਸ਼ੁੱਡ ਅ ਨੋਟਿਸ ਇਨਕਲੂਡ, ਨੋਟਿਸ ਦੇ ਵਿੱਚ ਕਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਇਹਨਾਂ ਵਿੱਚੋਂ, ਦ ਵਰਡ ਨੋਟਿਸ ਹੋਣਾ ਚਾਹੀਦਾ ਹੈ, ਬਿਲਕੁਲ ਹੋਣਾ ਚਾਹੀਦਾ ਹੈ। ਡੈਜੀਗਨੇਸ਼ਨ ਹੋਣੀ ਚਾਹੀਦੀ ਹੈ, ਬਿਲਕੁਲ ਹੋਣੀ ਚਾਹੀਦੀ ਹੈ ਠੀਕ ਹੈ। ਇਹ ਵੀ ਧਿਆਨ ਰੱਖਣਾ ਡੈਜੀਗਨੇਸ਼ਨ ਬ੍ਰੈਕਟ ਦੇ ਵਿੱਚ ਲਿਖੀ ਜਾਂਦੀ ਹੈ ਠੀਕ ਹੈ। ਹੈਡਿੰਗ ਹੋਣਾ ਚਾਹੀਦਾ ਹੈ, ਬਿਲਕੁਲ ਹੋਣਾ ਚਾਹੀਦਾ ਹੈ। ਹੈਡਿੰਗ ਜਾਂ ਸਬਜੈਕਟ ਦੋਨੋਂ ਵਰਡ ਯੂਜ਼ ਕੀਤੇ ਜਾ ਸਕਦੇ ਨੇ। ਇਹ ਆਲ ਆਫ ਦੀਜ ਬੇਟਾ ਇਸ ਦਾ ਆਂਸਰ ਹੋ ਗਿਆ ਠੀਕ ਹੈ। ਅੱਗੇ ਦੇਖੋ what happens when students exaggerates or goes beyond the word limit that is 50 words, ਜੇਕਰ ਕੋਈ ਵਿਦਿਆਰਥੀ 50 words ਤੋਂ ਵੱਧ ਜੋ ਹੈ ਲਿਖ ਦਿੰਦਾ ਨੋਟਿਸ ਦੇ ਵਿੱਚ ਤਾਂ ਫਿਰ ਕੀ ਹੋਏਗਾ, ਸਟੂਡੈਂਟਸ ਇਜ਼ ਰਿਵਾਰਡਿਡ ਵਿਦ ਐਨ ਐਕਸਟਰਾ ਮਾਰਕ, ਉਸਨੂੰ ਇੱਕ ਨੰਬਰ ਜੋ ਹੈ ਵੱਧ ਦਿੱਤਾ ਜਾਊਗਾ। ਇਟ ਮੇ ਲੀਡ ਟੂ ਡਿਡਕਸ਼ਨ ਆਫ ਮਾਰਕ, ਉਸਦੇ ਨੰਬਰ ਕੱਟ ਲਿੱਤੇ ਜਾਣਗੇ। ਇਟ ਮੇ ਰਿਪਰੈਜ਼ੈਂਟ ਹਿਮ ਔਰ ਹਰ ਐਜ ਏ ਬ੍ਰਿਲੀਅੰਟ ਸਟੂਡੈਂਟ, ਇਸ ਤੋਂ ਇਹ ਲੱਗੇਗਾ ਕਿ ਉਹ ਬਹੁਤ ਜ਼ਿਆਦਾ ਹੁਸ਼ਿਆਰ ਬੱਚਾ ਹੈ। ਆਲ ਆਫ ਦੀਜ ਕਿਹੜਾ ਠੀਕ ਹੈ। ਇਟ ਮੇ ਲੀਡ ਟੂ ਦ ਡਿਡਕਸ਼ਨ ਆਫ ਮਾਰਕ, ਨੰਬਰ ਕੱਟਿਆ ਜਾਏਗਾ ਬੇਟਾ, ਜੇਕਰ ਆਪਾਂ 50 ਸ਼ਬਦਾਂ ਤੋਂ ਜ਼ਿਆਦਾ ਲਿਖਾਂਗੇ ਤਾਂ ਨੰਬਰ ਕੱਟਿਆ ਜਾਣਾ ਹੈ ਠੀਕ ਹੈ, ਧਿਆਨ ਰੱਖਣਾ। ਵਿਚ ਆਫ ਦਾ ਫਲੋਇੰਗ ਇਜ਼ ਆਪਸ਼ਨਲ ਇਨ ਨੋਟਿਸ ਰਾਈਟਿੰਗ, ਨੋਟਿਸ ਰਾਈਟਿੰਗ ਦੇ ਵਿੱਚ ਕਿਹੜੀ ਚੀਜ਼ ਆਪਸ਼ਨਲ ਹੈ ਯਾਨੀ ਕਿ ਜਿਸਨੂੰ ਆਪਾਂ ਲਿਖ ਵੀ ਸਕਦੇ ਹਾਂ ਨਹੀਂ ਵੀ, ਉਹ ਕੀ ਹੈ ਦੇਖੋ। ਸਬਜੈਕਟ ਨਹੀਂ, ਸਬਜੈਕਟ ਤਾਂ ਲਿਖਣਾ ਹੀ ਪਏਗਾ ਆਪਾਂ ਨੂੰ। ਡੇਟ ਵੀ ਲਿਖਣੀ ਪਏਗੀ, ਸਬਜੈਕਟ ਵੀ ਲਿਖਣਾ ਹੈ, ਡੇਟ ਵੀ ਲਿਖਣੀ ਹੈ। ਨੇਮ ਆਫ ਦਾ ਇਸ਼ੂਇੰਗ ਅਥਾਰਟੀ ਬਿਲਕੁਲ ਪਹਿਲੇ ਨੰਬਰ 'ਤੇ ਹੀ ਲਿਖਣਾ, ਉੱਪਰ ਆਪਾਂ ਨੇ ਬਲੋਕ ਲੈਟਰਸ ਦੇ ਵਿੱਚ। ਤੇ ਟੂ ਐਡ ਇਨਫੋਰਮੇਸ਼ਨ ਲਾਈਕ ਫॉर ਮੋਰ ਡਿਟੇਲਸ ਕੰਟੈਂਟ ਅੰਡਰਸਟੈਂਡ ਠੀਕ ਹੈ। ਇਹ ਲਿਖਣ ਦੀ ਕੋਈ ਜ਼ਰੂਰਤ ਨਹੀਂ, ਇਸਨੂੰ ਆਪਾਂ ਛੱਡ ਸਕਦੇ ਹਾਂ ਠੀਕ ਹੈ, ਇਸ ਨੂੰ ਛੱਡਿਆ ਜਾ ਸਕਦਾ, ਐਵੇਂ ਲਿਖਣ ਦੀ ਕੋਈ ਜ਼ਰੂਰਤ ਨਹੀਂ ਹੈ ਵੀ ਹੋਰ ਇਨਫੋਰਮੇਸ਼ਨ ਲਿਖਣੀ ਹੈ, ਜਿਵੇਂ ਕਿ ਆਪਾਂ ਕਹਿ ਦਈਏ ਵੀ ਹੋਰ ਡਿਟੇਲ ਲਈ ਮੇਰੇ ਨਾਲ ਸੰਪਰਕ ਕਰੋ, ਇਸ ਤਰ੍ਹਾਂ ਦੇ ਵਰਡਸ ਦੀ ਕੋਈ ਜ਼ਰੂਰਤ ਨਹੀਂ, ਇਸਨੂੰ ਆਪਾਂ ਛੱਡ ਵੀ ਸਕਦੇ ਹਾਂ ਠੀਕ ਹੈ। ਵਿਚ ਆਫ ਆਪਸ਼ਨਲ ਯਾਨੀ ਕਿ ਲਿਖ ਵੀ ਸਕਦੇ ਹਾਂ ਛੱਡ ਵੀ ਸਕਦੇ ਹਾਂ। ਵਿਚ ਆਫ ਦਾ ਫਲੋਇੰਗ ਇਜ਼ ਮੈਂਡੇਟਰੀ ਟੂ ਰਾਈਟ ਇਨ ਨੋਟਿਸ ਰਾਈਟਿੰਗ, ਨੋਟਿਸ ਰਾਈਟਿੰਗ ਦੇ ਵਿੱਚ ਇਹਨਾਂ ਵਿੱਚੋਂ ਮੈਂਡੇਟਰੀ ਕਿਹੜੀ ਚੀਜ਼ ਹੈ। ਮੈਂਡੇਟਰੀ ਦਾ ਮਤਲਬ ਹੁੰਦਾ ਬੇਟਾ ਕੰਪਲਸਰੀ ਹੈ, ਬਿਲਕੁਲ ਹੋਣੀ ਹੋ ਚਾਹੀਦੀ ਹੈ। ਸਬਜੈਕਟ ਹੋਣਾ ਚਾਹੀਦਾ ਹੈ, ਡੇਟ ਹੋਣੀ ਚਾਹੀਦੀ ਹੈ ਬਿਲਕੁਲ, ਨੇਮ ਆਫ ਦਾ ਇਸ਼ੂਇੰਗ ਅਥਾਰਟੀ ਹੋਣਾ ਚਾਹੀਦਾ ਹੈ ਬਿਲਕੁਲ ਹੋਣਾ ਚਾਹੀਦਾ ਹੈ, ਤਾਂ ਸਾਰਾ ਕੁਝ ਹੋਣਾ ਚਾਹੀਦਾ। ਆਲ ਆਫ ਦੀਜ ਆਂਸਰ ਆ ਗਿਆ। ਇਨ ਵਿਚ ਆਫ ਦਾ ਫਲੋਇੰਗ ਨੋਟਿਸ ਦਾ ਟਰਮ ਰਿਵਾਰਡ ਇਜ਼ ਯੂਜ਼ਡ, ਰਿਵਾਰਡ ਟਰਮ ਜਿਹੜਾ ਕਿਹੜੇ ਨੋਟਿਸ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਆਪਾਂ ਕੀਤਾ ਪਹਿਲਾਂ ਦੇਖੋ ਨੋਟਿਸ ਔਨ ਅ ਲੋਸਟ ਆਬਜੈਕਟ, ਜਦੋਂ ਕੋਈ ਚੀਜ਼ ਗਵਾਚ ਜਾਵੇ ਉਸ ਦਾ ਆਪਾਂ ਨੋਟਿਸ ਲਿਖਦੇ ਹਾਂ ਤਾਂ ਉਸ ਦੇ ਵਿੱਚ ਆਪਾਂ ਰਿਵਾਰਡ ਵਰਡ ਯੂਜ਼ ਕਰਦੇ ਹਾਂ, ਕਿਉਂਕਿ ਆਪਾਂ ਲਿਖਦੇ ਹਾਂ ਨਾ ਦਾ ਫਾਈਂਡਰ ਵਿਲ ਬੀ ਰਿਵਾਰਡਿਡ, ਜਿਸ ਨੂੰ ਚੀਜ਼ ਲੱਭੀ ਉਸ ਨੂੰ ਇਨਾਮ ਦਿੱਤਾ ਜਾਏਗਾ। ਇਜ਼ ਇਟ ਨੈਸੈਸਰੀ ਟੂ ਸਕਿਪ ਅ ਲਾਈਨ ਆਫਟਰ ਰਾਈਟਿੰਗ ਨੇਮ ਆਫ ਦਾ ਇਸ਼ੂਇੰਗ ਅਥਾਰਟੀ, ਡੇਟ, ਨੋਟਿਸ, ਸਬਜੈਕਟ। ਇਹ ਕੁਐਸਚਨ ਦੇਖ ਲਓ ਧਿਆਨ ਨਾਲ ਸਮਝ ਲਓ, ਇਸ ਦਾ ਇਹ ਪੁੱਛਿਆ ਗਿਆ ਆਪਾਂ ਨੂੰ ਕਿ ਜੋ ਇਸ਼ੂਇੰਗ ਅਥਾਰਟੀ ਹੈ ਉਸਦੇ ਨਾਮ ਲਿਖਣ ਤੋਂ ਬਾਅਦ ਆਪਾਂ ਉੱਥੇ ਜੋ ਹੈ ਲਾਈਨ ਛੱਡ ਸਕਦੇ ਹਾਂ, ਡੇਟ ਲਿਖਣ ਤੋਂ ਬਾਅਦ ਲਾਈਨ ਛੱਡ ਸਕਦੇ ਹਾਂ, ਨੋਟਿਸ ਸ਼ਬਦ ਲਿਖਣ ਤੋਂ ਬਾਅਦ ਲਾਈਨ ਛੱਡ ਸਕਦੇ ਹਾਂ, ਤੇ ਸਬਜੈਕਟ ਤੋਂ ਬਾਅਦ ਜੋ ਹੈ ਲਾਈਨ ਛੱਡ ਸਕਦੇ ਹਾਂ ਠੀਕ ਹੈ। ਇਸ ਦਾ ਆਪਸ਼ਨ ਦੇਖੋ ਯੈਸ, ਨੋ, ਆਪਸ਼ਨਲ, ਨਨ ਆਫ ਦੀਜ। ਕੀ ਆਪਸ਼ਨ ਆ ਜਾਏਗਾ ਬੇਟਾ, ਆਂਸਰ ਕੀ ਆ ਜਾਏਗਾ, ਆਪਸ਼ਨਲ ਹੈ ਇਹ। ਲਾਈਨ ਛੱਡ ਦੋਗੇ ਤਾਂ ਵੀ ਠੀਕ ਹੋਏਗਾ, ਨਾ ਛੱਡੋਗੇ ਤਾਂ ਵੀ ਠੀਕ ਹੋਊਗਾ ਠੀਕ ਹੈ। ਅੱਗੇ ਦੇਖੋ ਵਟ ਇਜ਼ ਦੀ ਮੋਟਿਵ ਬਿਹਾਈਂਡ ਮੇਕਿੰਗ ਸਟੂਡੈਂਟਸ ਰਾਈਟ ਨੋਟਿਸ ਠੀਕ ਹੈ। ਨੋਟਿਸ ਲਿਖਾਉਣ ਦੇ ਪਿੱਛੇ ਬੱਚਿਆਂ ਨੂੰ ਆਪਾਂ ਨੋਟਿਸ ਲਿਖਵਾ ਰਹੇ ਹਾਂ, ਤੁਹਾਨੂੰ ਅਸੀਂ ਕਰਵਾ ਰਹੇ ਹਾਂ, ਕਿਉਂ ਕਰਵਾ ਰਹੇ ਹਾਂ, ਇਸ ਦੇ ਵਿੱਚ ਕੀ ਮੋਟਿਵ ਹੈ। ਇਸ ਦੇ ਪਿੱਛੇ ਮੋਟਿਵ ਇਹ ਹੈ ਬੇਟਾ, ਆਪਣਾ ਉਦੇਸ਼ ਹੈ ਟੂ ਇੰਪਰੂਵ ਦੇਅਰ ਰਾਈਟਿੰਗ ਸਕਿੱਲ, ਤੁਹਾਡੀ ਜਿਹੜੀ ਲਿਖਣ ਦੀ ਸ਼ਕਤੀ ਹੈ, ਰਚਨਾ ਕਰਨ ਦੀ ਸ਼ਕਤੀ ਹੈ, ਉਸ ਨੂੰ ਇੰਪਰੂਵ ਕਰਨਾ ਹੈ, ਨਿਪੁੰਨਤਾ ਨੂੰ ਇੰਪਰੂਵ ਕਰਨ ਵਾਸਤੇ ਤੁਹਾਡੇ ਤੋਂ ਨੋਟਿਸ ਲਿਖਵਾਏ ਜਾਂਦੇ ਨੇ ਠੀਕ ਹੈ। ਅਗਲਾ ਕੁਐਸਚਨ ਦੇਖੋ, ਲਾਸਟ ਕੁਐਸਚਨ ਆਪਣਾ, ਵਾਟ ਡਜ਼ ਦਾ ਸਬਸਕ੍ਰਿਪਸ਼ਨ ਮੀਨ, ਸਬਸਕ੍ਰਿਪਸ਼ਨ ਦਾ ਮਤਲਬ ਕੀ ਹੈ। ਸਬਸਕ੍ਰਿਪਸ਼ਨ ਦਾ ਮਤਲਬ ਹੁੰਦਾ ਬੇਟਾ ਐਕਟ ਆਫ ਸਾਈਨਿੰਗ, ਸਾਈਨ ਕਰਨਾ, ਸਿਗਨੇਚਰ ਕਰਨਾ, ਜੋ ਕਿ ਨੋਟਿਸ ਦੇ ਐਂਡ ਤੇ ਕੀਤੇ ਜਾਂਦੇ ਨੇ। ਸਿਗਨੇਚਰ ਹੁੰਦੇ ਨੇ, ਸਿਗਨੇਚਰ ਪਹਿਲਾਂ ਸਿਗਨੇਚਰ ਤੋਂ ਹੇਠਾਂ ਨੇਮ ਤੋਂ ਹੇਠਾਂ ਫਿਰ ਡੈਜਿਗਨੇਸ਼ਨ ਹੁੰਦੀ ਹੈ, ਤੇ ਡੈਜਿਗਨੇਸ਼ਨ ਨੂੰ ਹਮੇਸ਼ਾ ਬ੍ਰੈਕਟ ਵਿੱਚ ਲਿਖਿਆ ਜਾਂਦਾ ਹੈ। ਸੋ ਉਮੀਦ ਕਰਦਾ ਇਸ ਵੀਡੀਓ ਦੇ ਵਿੱਚ ਸਾਰੇ ਤੁਹਾਡੇ ਨੋਟਿਸ ਨਾਲ ਸੰਬੰਧਿਤ ਕੁਐਸਚਨਸ ਕਵਰ ਹੋ ਗਏ ਹੋਣਗੇ, ਕੋਈ ਕੁਐਸਚਨ ਸ਼ਾਇਦ ਨਾ ਬਚਿਆ ਹੋਵੇ। ਸੋ ਵੀਡੀਓ ਦੇਖਣ ਲਈ ਬੇਟਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਸਾਰੇ ਅਧਿਆਪਕ ਸਾਥੀਆਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਵੀਡੀਓ ਨੂੰ ਪਲੀਜ਼ ਸ਼ੇਅਰ ਕਰਨਾ ਤਾਂ ਕਿ ਸਾਰੇ ਹੀ ਵਿਦਿਆਰਥੀਆਂ ਤੱਕ ਇਹ ਪਹੁੰਚ ਸਕੇ ਤੇ ਉਹ ਇਸ ਵੀਡੀਓ ਦਾ ਲਾਭ ਲੈ ਸਕੇ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਬੇਟਾ ਮੈਸੇਜ ਬੇਸਡ, ਐਡਵਰਟੀਜ਼ਮੈਂਟ ਬੇਸਡ, MCQ ਜਿੰਨੇ ਵੀ ਹੋਣਗੇ ਉਹ ਸਾਰੇ ਤੁਹਾਨੂੰ ਇਸ ਚੈਨਲ ਦੇ ਉੱਪਰ ਕਵਰ ਕਰਵਾਏ ਜਾਣਗੇ। ਸੋ ਜਿਹੜੇ ਵਿਦਿਆਰਥੀ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਬੇਟਾ ਠੀਕ ਹੈ। ਥੈਂਕ ਯੂ ਵੈਰੀ ਮਚ, ਓਕੇ, ਬਾਏ ਬਾਏ।